ਦ ਵੇ ਫॉरवर्ड इज ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਇਨ ਪੱਛਮੀ ਮੁਲਕਾਂ ਵਿੱਚ ਸਾਡੇ ਸਮਾਜ ਦਾ ਇੱਕ ਐਸਾ ਵਰਗ ਹੈ ਜਿਨ੍ਹਾਂ ਲਈ ਜੀਵਨ ਹਮੇਸ਼ਾ ਔਖਾ ਹੈ। ਇਹ ਵਰਗ ਸਿਰਫ ਸਾਡੀ ਕਮਿਊਨਿਟੀ ਵਿੱਚ ਨਹੀਂ ਬਲਕਿ ਸਾਰੀ ਕਮਿਊਨਿਟੀਜ਼ ਵਿੱਚ ਉਹਨਾਂ ਵਾਸਤੇ ਕੁਝ ਡਿਫਿਕਲਟੀਜ਼ ਹੈਗੀਆਂ ਜੋ ਉਹਨਾਂ ਦੀ ਏਜ ਦੇ ਨਾਲ ਰਿਲੇਟਡ ਹੈਗੀਆਂ। ਇਹ ਵਰਗ ਹੈਗਾ ਬਜ਼ੁਰਗਾਂ ਦਾ। ਜਿਵੇਂ ਕਿ ਇੱਥੇ ਦਾ ਸਮਾਜ ਸਟਰਕਚਰਡ ਹੈ, ਜਿਵੇਂ ਕਿ ਫੈਮਲੀਜ਼ ਕੱਲੀਆਂ ਰਹਿੰਦੀਆਂ, ਉਹਨਾਂ ਦੇ ਬੱਚੇ ਬਾਹਰ ਕੰਮ ਵਿੱਚ ਚਲੇ ਜਾਂਦੇ ਨੇ। ਜਿਹੜੇ ਸਾਡੇ ਬਜ਼ੁਰਗ ਹਨ ਉਹ ਘਰਾਂ ਵਿੱਚ ਇਕੱਲੇ ਹੁੰਦੇ ਨੇ ਔਰ ਬਹੁਤ ਸਾਰੀਆਂ ਉਹਨਾਂ ਨੂੰ ਡਿਫਿਕਲਟੀਜ਼ ਇੱਥੇ ਫੇਸ ਕਰਨੀ ਪੈਂਦੀਆਂ ਨੇ, ਜਿਹੜੀ ਸ਼ਾਇਦ ਪਿੱਛੇ ਜਿਹੜੇ ਈਸਟ ਵਿੱਚ ਆਪਣੀ ਕੰਟਰੀਜ਼ ਹਨ ਉਹਨਾਂ ਵਿੱਚ ਉਹਨਾਂ ਨੂੰ ਨਹੀਂ ਕਰਨੀ ਪੈਣ, ਕਿਉਂਕਿ ਫੈਮਲੀਜ਼ ਇਦਾਂ ਸਟਰਕਚਰਡ ਹੈਗੀਆਂ, ਜੁਆਇੰਟ ਫੈਮਲੀਜ਼ ਹੈਗੀਆਂ, ਬੱਚੇ ਪੋਤੇ ਪੋਤੀਆਂ ਉਹਨਾਂ ਦੇ ਨਾਲ ਹੁੰਦੇ ਨੇ। ਬਟ ਇੱਥੇ ਉਹ ਇਕੱਲੇ ਰਹਿੰਦੇ ਨੇ ਔਰ ਕਈ ਕਿਸਮ ਦੀ ਜੋ ਡਿਫਿਕਲਟੀਜ਼ ਹਨ ਉਹਨਾਂ ਨੂੰ ਉਸਦੇ ਨਾਲ ਸਾਹਮਣਾ ਕਰਨਾ ਪੈਂਦਾ। ਅੱਜ ਦਾ ਅਸੀਂ ਜਿਹੜਾ ਐਪੀਸੋਡ ਹੈ ਉਹ ਸਪੈਸ਼ਲ ਇਸ ਕਰਕੇ ਲੈ ਕੇ ਆਏ ਹਾਂ ਕਿ ਅਸੀਂ ਆਪਣੇ ਕਮਿਊਨਿਟੀ ਮੈਂਬਰਸ ਨੂੰ ਦੱਸ ਸਕੀਏ ਕਿ ਸਰਕਾਰ ਬਹੁਤ ਸਾਰੇ ਪ੍ਰੋਗਰਾਮ ਚਲਾਉਂਦੀ ਹੈ ਇਨ ਡਿਫਿਕਲਟੀਜ਼ ਨੂੰ ਐਡਰੈਸ ਕਰਨ ਵਾਸਤੇ, ਉਸ ਵਰਗ ਦੀ ਲਾਈਫ ਨੂੰ ਇੰਪਰੂਵ ਕਰਨ ਵਾਸਤੇ। ਔਰ ਜਿੱਥੇ ਕਿ ਸਰਕਾਰ ਬਹੁਤ ਸਾਰੇ ਪ੍ਰੋਗਰਾਮ ਚਲਾਉਂਦੀ ਹੈ ਉੱਥੇ ਹੀ ਬਹੁਤ ਸਾਰੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਹੈਗੀਆਂ, ਚੈਰੀਟੇਬਲ ਆਰਗੇਨਾਈਜੇਸ਼ਨਸ ਹੈਗੀਆਂ ਜੋ ਕਿ ਇਸ ਜ਼ਮੀਨੀ ਤੌਰ ਤੇ ਇਹ ਸੇਵਾ ਨਿਭਾਉਂਦੀਆਂ ਔਰ ਬਹੁਤ ਬਹੁਤ ਉੱਚੇ ਲੈਵਲ ਦੀ ਜਿਹੜੀ ਸਰਵਿਸ ਹੈ ਉਹ ਕਮਿਊਨਿਟੀ ਨੂੰ ਪ੍ਰੋਵਾਈਡ ਕਰਦੀ। ਅੱਜ ਅਸੀਂ ਐਸੀ ਇੱਕ ਆਰਗੇਨਾਈਜੇਸ਼ਨ ਦੇ ਦੋ ਨੁਮਾਇੰਦੇ ਡਾਕਟਰ ਅਮਿਤ ਸੂਦ ਤੇ ਡਾਕਟਰ ਨਵਦੀਪ ਗਰੇਵਾਲ ਜੀ ਨਾਲ ਗੱਲ ਕਰਾਂਗੇ। ਡਾਕਟਰ ਅਮਿਤ ਸੂਦ, ਨਵਦੀਪ ਗਰੇਵਾਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। Thank you. Thank you. Thank you for having us, T. Hanji. ਡਾਕਟਰ ਸੂਦ, ਡਾਕਟਰ ਗਰੇਵਾਲ, ਸਭ ਤੋਂ ਪਹਿਲੇ ਅਸੀਂ ਤੁਹਾਡੀ ਜਿਹੜੀ ਤੁਸੀਂ ਸਰਵਿਸਿਜ਼ ਦਿੰਦੇ ਹੋ ਕਮਿਊਨਿਟੀ ਨੂੰ ਉਸ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੇ ਅਸੀਂ ਆਪਣੀ ਵਿਊਅਰਸ ਨੂੰ ਦੱਸੀਏ ਕਿ ਡਾਕਟਰ ਅਮਿਤ ਸੂਦ ਇੰਡੀਆ ਹੋਮ ਦੇ ਨਾਮ ਦੀ ਇੱਕ ਆਰਗੇਨਾਈਜੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਹੈਗੇ ਤੇ ਡਾਕਟਰ ਨਵਦੀਪ ਗਰੇਵਾਲ ਇਸ ਆਰਗੇਨਾਈਜੇਸ਼ਨ ਤੇ ਵੋਲੰਟੀਅਰ ਕਰਦੇ ਨੇ। ਉਹ ਵੀ ਇੱਕ ਡਾਕਟਰ ਹਨ, ਇੱਕ ਸਾਈਕੈਟ੍ਰਿਸਟ ਹਨ। ਡਾਕਟਰ ਸੂਦ, ਮੈਂ ਸਭ ਤੋਂ ਪਹਿਲੇ ਚਾਹਾਂਗਾ ਕਿ ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਇਹ ਕੀ ਹੈਗੀ ਹੈ ਆਰਗੇਨਾਈਜੇਸ਼ਨ ਇੰਡੀਆ ਹੋਮ, ਕਿਨ ਏਮਸ ਨੂੰ ਲੈ ਕੇ ਚੱਲੀ ਹੈ, ਕੀ ਸਰਵਿਸਿਜ਼ ਦਿੰਦੀ ਹੈ? ਚੰਗਾ, ਤੇ ਇੰਡੀਆ ਹੋਮ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਸਾਡੇ ਸਾਊਥ ਏਸ਼ੀਅਨ ਸੀਨੀਅਰਸ ਦੇ ਲਈ। ਉਹ ਅਸੀਂ ਸ਼ੁਰੂ ਕੀਤੀ ਸੀ 2007 ਵਿੱਚ। ਹੁਣ ਸਾਨੂੰ 15 ਸਾਲ ਹੋਣ ਵਾਲੇ ਹੈ ਔਰ ਇਨ ਕਈ ਸਾਲਾਂ ਵਿੱਚ ਅਸੀਂ ਕਮ ਸੇ ਕਮ 1000 ਮੈਂਬਰ ਬਣਾ ਚੁੱਕੇ ਹੈ ਔਰ ਅਸੀਂ 5 ਸੈਂਟਰ ਹੈਗੇ ਸਾਡੇ ਜਹਾਂ ਬਜ਼ੁਰਗ ਲੋਕ ਆਉਂਦੇ ਹੈ, ਜਿਸ ਤਰ੍ਹਾਂ ਕਿ ਸੀਨੀਅਰ ਸੈਂਟਰ ਅਸੀਂ ਕਹਿੰਦੇ। ਸਾਡਾ ਮੇਨ ਆਫਿਸ ਹੈਗਾ ਵੈਕਸਫੋਰਡ ਟੈਰੇਸ, ਹਿਲਸਾਈਡ ਐਵਨਿਊ ਦੇ ਕੋਲ ਜਮੈਕਾ ਵਿੱਚ। ਔਰ ਸਾਡਾ ਸੈਂਟਰਸ ਹੈਗੇ, ਇੱਕ ਹੈਗਾ ਸਨੀ ਸਾਈਡ ਵਿੱਚ, ਇੱਕ ਹੈਗਾ ਜਮੈਕਾ ਮੁਸਲਿਮ ਸੈਂਟਰ, ਤੀਜਾ ਹੈਗਾ ਰਿਚਮੰਡ ਹਿਲ ਵਿੱਚ ਜਿੱਥੇ ਸਾਡੇ ਪੰਜਾਬੀ ਔਰ ਕੁਝ ਗਯਾਨੀ ਲੋਕ ਆਉਂਦੇ ਹੈ। ਔਰ ਬਾਕੀ ਕਿਊ ਗਾਰਡਨਸ ਵਿੱਚ ਇੱਕ ਸੈਂਟਰ ਹੈਗਾ ਔਰ ਹੁਣ ਨਵਾਂ ਇੱਕ ਸੈਂਟਰ ਅਸੀਂ ਸ਼ੁਰੂ ਕੀਤਾ ਹੈ ਹਿੰਦੂ ਟੈਂਪਲ ਜੋ ਫਲਸ਼ਿੰਗ ਵਿੱਚ ਹੈਗਾ। ਉਹ ਬਹੁਤ ਹੀ ਰੀਸੈਂਟਲੀ ਮਾਰਚ 18 ਵਿੱਚ ਉਹਦੀ ਇਨੋਗ੍ਰੇਸ਼ਨ ਕੀਤੀ ਸੀ। ਤਾਂ ਹੁਣ ਇਹਨੇ ਸਾਰੇ ਸੈਂਟਰ ਫਿਲਹਾਲ ਸਾਡੇ ਚੱਲ ਰਹੇ ਹੈ ਐਂਡ ਉਹਦੇ ਵਿੱਚ ਕਾਫੀ ਕੁਝ ਐਕਟੀਵਿਟੀਜ਼ ਵੀ ਅਸੀਂ ਕਰਦੇ ਹੈ। I will elaborate on that as we speak. ਜੀ ਜੀ ਜੀ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਤੁਹਾਡੇ ਸਫ਼ਰ ਤੇ। ਅਸੀਂ ਜਾਣਦੇ ਹਾਂ ਕਿ 2007 ਵਿੱਚ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ ਸੀਗਾ ਤੇ ਹੁਣ ਇਨੇ ਸਾਲਾਂ ਵਿੱਚ ਤੁਹਾਡੇ ਕੋਲ 5 ਸੈਂਟਰਸ ਹੈਗੇ ਡਿਫਰੈਂਟ ਥਾਵਾਂ ਤੇ। ਤੁਸੀਂ ਆਪਣੇ ਜਿਹੜੀ ਕਮਿਊਨਿਟੀਜ਼ ਹਨ ਉਹਨਾਂ ਨੂੰ ਹੈਲਪ ਕਰਦੇ ਪਏ ਹੋ, ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ। ਅਸੀਂ ਸੁਣਿਆ ਕਿ ਤੁਸੀਂ ਹਿਕਸਵਿਲ ਵਿੱਚ ਵੀ ਇੱਕ ਸੈਂਟਰ ਲੈ ਕੇ ਆ ਰਹੇ ਹੋ। ਜੀ ਹਾਂ, ਖੁਸ਼ਖਬਰੀ ਇਹ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹੁਣ ਨੈਸਾ ਕਾਉਂਟੀ ਵਿੱਚ ਵੀ ਕਾਫੀ ਸਾਰੇ ਇੰਡੀਅਨ ਰਹਿੰਦੇ ਹੈ, ਖਾਸ ਕਰਕੇ ਹਿਕਸਵਿਲ ਏਰੀਆ ਵਿੱਚ। ਤੇ ਅਸੀਂ ਵੀ ਆਰ ਇਨ ਦਾ ਟਾਕਸ, ਹਾਲੇ ਕੁਝ ਪੱਕਾ 100% ਹੁਆ ਨਹੀਂ ਹੈ ਲੇਕਿਨ ਅਸੀਂ
वेरी सून अनाउंस करेंगे कि हिक्सविल विच भी असी एक सीनियर सेंटर खोलने वाले हैं, मे बी इन कोलैबोरेशन विद some गुरुद्वारा. We'll see how it works out, but we are expanding. और ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿੰਨੇ ਸਾਡੇ ਕਮਿਊਨਿਟੀ ਦੇ ਲੋਕ ਹੈਗੇ ਉਹ ਆ ਕੇ ਆਪਣੇ ਅਟੈਂਡ ਕਰ ਸਕੇ। ਡਾਕਟਰ ਸਾਹਿਬ, ਇਹ ਬਹੁਤ खुशी की गल है। इस साइड ते लॉन्ग आइलैंड ते साडी काफ़ी कम्युनिटी है और साडे क्योंकि इस साइड ते ऐसी कम्युनिटी है जो काफ़ी सालों तो इस कंट्री च है एंड यू नो वो एज विच भी वध गए, काफ़ी जिहड़े बुजुर्ग हैगे कल्ले हैगे, देयर इज अ ह्यूज नीड। वी रियली एप्रीशिएट कि तुसी इस पासे अपनी सर्विसेज लैके आ रहे हो। बिफोर आई गो टू डॉक्टर ग्रेवाल, मैं एक चीज़ तुहाडे तो यू नो फिर क्लैरिफाई करना चाहांगा। ਜਿਹੜੇ ਸੀਨੀਅਰ ਸੈਂਟਰਸ ਹੁੰਦੇ ਨੇ, ਅਸੀਂ ਇਹ ਗੱਲ ਸਮਝਦੇ ਹਾਂ ਕਿ ਸਰਕਾਰ ਉਹ ਸੀਨੀਅਰ ਸੈਂਟਰਸ ਚਲਾਉਂਦੀ ਹੈ, ਕਾਫੀ ਚਿਰ ਤੋਂ ਚਲਾਉਂਦੀ ਹੈ, ਬਟ ਇੱਕ ਕਨਸੈਪਟ ਹੈਗਾ ਕਲਚਰਲੀ ਸੈਂਸਿਟਿਵ ਸੀਨੀਅਰ ਸੈਂਟਰਸ ਦਾ। ਐਂਡ ਆਈ ਅੰਡਰਸਟੈਂਡ ਕਿ ਜਿਹੜਾ ਇੰਡੀਆ ਹੋਮ ਹੈ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਕਲਚਰਲੀ ਸੈਂਸਿਟਿਵ ਸੀਨੀਅਰ ਸੈਂਟਰ। ਸੋ ਦੱਸੋਗੇ ਸਾਨੂੰ ਇਹ ਕੀ ਹੈਗਾ ਕਲਚਰਲੀ ਸੈਂਸਿਟਿਵ ਸੀਨੀਅਰ ਸੈਂਟਰ? ਜ਼ਰੂਰ। ਜਿੱਦਾਂ ਤੁਸੀਂ ਦੇਖਿਆ ਹੋਗਾ ਕਿ ਜੂਇਸ਼ ਸੈਂਟਰ ਹੁੰਦੇ ਹੈ, ਉੱਥੇ ਜ਼ਿਆਦਾਤਰ ਜੂਇਸ਼ ਲੋਕ ਆਉਂਦੇ ਹੈ, ਉਹਨਾਂ ਦਾ ਖਾਣਾ ਉਹ ਬਾਂਟਦੇ ਹੈ। ਬਾਕੀ ਚਾਈਨੀਜ਼ ਸੈਂਟਰ ਵੀ ਹੈਗੇ ਕਾਫੀ ਸੀਨੀਅਰ ਸੈਂਟਰ, ਕਿਉਂਕਿ ਉਹਨਾਂ ਦੀ ਵੀ ਕਾਫੀ ਜ਼ਿਆਦਾ ਪੋਪੂਲੇਸ਼ਨ ਹੈਗੀ। ਤੇ ਅਸੀਂ ਦੇਖਿਆ ਹਮਾਰੇ ਸੀਨੀਅਰ ਸੈਂਟਰ ਵਿੱਚ ਜਿੱਦਾਂ ਸਨੀ ਸਾਈਡ ਵਿੱਚ ਜ਼ਿਆਦਾਤਰ ਵੈਜੀਟੇਰੀਅਨ ਲੋਕ ਹੈਗੇ, ਤੇ ਅਸੀਂ ਉੱਥੇ ਵੈਜੀਟੇਰੀਅਨ ਲੰਚ ਖਿਲਾਉਂਦੇ ਸਭ ਨੂੰ। ਐਕਟੀਵਿਟੀਜ਼ ਕਰਦੇ ਜਿੱਦਾਂ ਕਿ ਗਾਣਾ ਵਾਣਾ ਗਾਣਾ, ਅੰਤਾਕਸ਼ਰੀ, ਯੋਗਾ, कुछ लेक्चर होंगे मेंटल हेल्थ विच, न्यूट्रिशन विच, ते तरह तरह की अलग अलग चीज़ें। बेसिकली दोस्त बनाओ, तुसी जिद्दां गुरुद्वारा जाके भी लोकां नूं मिलदे हो, उसी तरह सीनियर सेंटर जाके थोड़ा जिहा वक्त बिता सकते हो, अपने अपनापन लगता है। सो यू आर एबल टू अपना खाना मिल सकता है। मोस्टली असी वेजिटेरियन खाना खिलाते हैं, पर मुस्लिम सेंटर विच असी नॉन वेजिटेरियन भी देंदे हैं। सो डिपेंडिंग ऑन दैट योगा करने का, एक्सरसाइज, कुछ एक्टिविटी रखते हैं, तो तरह तरह की अलग एक्टिविटीज़ है। डॉक्टर साहब एक गल बहुत ज़रूरी है, क्योंकि होंदा की है जेडे अमेरिकन सेंटर्स हैं उत्थे गल करन वाले साडे जेडे बुजुर्ग हैं उन्हां नूं कई बार इंग्लिश नहीं आंदी, वो उन्हां नाल उन्हां दी गल समझ नहीं सकते। उन्हां दा जेड़ा फूड है वो साडे लोग उसनूं एप्रीशिएट नहीं करते, ਤੇ ਉੱਥੇ ਜਿਹੜਾ ਉਹ ਟਾਈਮ ਸਪੈਂਡ ਕਰਦੇ ਨੇ ਉਹ ਉਹਨਾਂ ਵਾਸਤੇ ਇੱਕ ਬੈਨੀਫਿਟ ਹੋਣ ਦੇ ਬਜਾਏ ਹੋਰ ਉਹ ਜਿਹੜਾ ਸਟ੍ਰੈਸ ਹੈ ਉਹਨਾਂ ਨੂੰ ਕਾਜ਼ ਕਰਦਾ ਹੈ, ਜਿਸ ਪਰਪਸ ਲਈ ਆਪਾਂ ਉਹਨਾਂ ਨੂੰ ਭੇਜਦੇ ਆ ਉੱਥੇ ਉਹ ਸਰਵ ਨਹੀਂ ਹੁੰਦਾ। ਤੇ ਇਹ ਜਿਹੜਾ ਤੁਸੀਂ ਉਹਨਾਂ ਦੀ ਲੈਂਗੁਏਜ ਵਿੱਚ ਇਹ ਸੈਂਟਰਸ ਚਲਾਉਂਦੇ ਹੋ, ਉਹਨਾਂ ਦੇ ਕਿਸਮ ਦਾ ਫੂਡ ਖਿਲਾਉਂਦੇ ਹੋ, ਉਹਨਾਂ ਦੇ ਪਸੰਦੀਦਾ ਐਕਟੀਵਿਟੀਜ਼ ਕਰਾਉਂਦੇ ਹੋ, ਇਹ ਇੱਕ ਬਹੁਤ ਵੱਡੀ ਸੇਵਾ ਹੈ। ਐਂਡ ਇਸ ਦੇ ਜਿਹੜੇ ਬੈਨੀਫਿਟਸ ਹਨ ਵੀ ਕੈਨ ਪੁੱਟ them in words। नवदीप जी, असी पिछले 2 सालों ਵਿੱਚ एक बड़ी लंबी लड़ाई लड़के आए हैं कोविड ਦੇ ਨਾਲ। I don't know कि if it is safe to say कि it is completely behind us, but situation ਪਹਿਲੇ ਤੋਂ better ਲੱਗ ਰਹੀ ਹੈ। ਜਿਹੜੇ ਇਹ ਸੈਂਟਰਸ ਹੈਗੇ, क्या ਤੁਹਾਨੂੰ ਵੀ ਇਸ ਕੋਵਿਡ ਦਾ ਜਿਹੜਾ ਚੈਲੰਜ ਹੈ ਉਹ ਫੀਲ ਕਰਨਾ ਪਿਆ? हाँ जी, Harjot ji, this is a very good kind of initiative that India Home has taken. I mean, I have joined them recently, but like before me, they had a grant that they did a lot of work. ਉਹਨਾਂ ਨੇ ਕੀਤਾ, ਡਾਕਟਰ ਰਾਓ ਕਰਕੇ ਹੈਗੇ ਨੇ, ਤੇ ਉਹਨਾਂ ਨੇ ਕੋਵਿਡ ਦੇ ਵਿੱਚ ਬਿਕਾਜ਼ ਐਵਰੀਬਾਡੀ ਅਫੈਕਟ ਹੋਇਆ, ਰਾਈਟ, ਲਾਈਕ ਘਰੇ ਵੀ ਬੈਠੇ ਆ, ਤੁਸੀਂ ਕੰਮ ਕਰ ਰਹੇ ਹੋ, ਡਾਕਟਰਸ ਲੋਕ ਜਿਹੜੇ ਹਸਪੀਟਲਸ ਦੇ ਵਿੱਚ, ਸੋ ਉਹ ਤਾਂ ਦੇਖਦੇ ਸੀ। ਸੋ ਇਹਨਾਂ ਨੇ ਕਾਫੀ ਅੱਛੀ ਇਹਨਾਂ ਨੂੰ ਗ੍ਰਾਂਟ ਵੀ ਮਿਲੀ ਹੈ, ਬਟ ਉਹ ਕੰਮ ਸਾਡਾ ਬਿਹਾਈਂਡ ਹੈਗਾ ਕਿ ਕੰਟੈਕਟ ਟ੍ਰੇਸਿੰਗ ਕਰਨੀ ਸੀ। ਲਾਈਕ ਇਨ 2020 ਦੇ ਵਿੱਚ ਜਦੋਂ ਸ਼ੁਰੂ ਹੋਇਆ, nobody knew ਕਿ ਕੀ ਚੱਲ ਰਿਹਾ। ਸੋ ਉਹ ਕੰਮ they had faced those challenges, but they were the people before me, right, like at India Home. So they have done tremendous work on that, placing the ਜਿਹੜਾ ਕੰਟੈਕਟ ਸਪਰੈਡ ਕੇ ਡਾਇਗਨੋਸਿੰਗ ਕਿ ਕਿੱਥੋਂ ਆਇਆ ਕਿਸੇ ਪੇਸ਼ੈਂਟ ਨੂੰ, ਉਹਨਾਂ ਦੀ ਸਕਰੀਨਿੰਗ ਕਰਨੀ, ਰਾਈਟ। ਸੋ ਉਹ ਵਰਕ ਪਹਿਲਾਂ ਹੋ ਗਿਆ। ਸੋ ਹੁਣ ਜਿਹੜਾ ਹੈਗਾ ਕਿ ਵੀ ਹੈਵ ਦਾ ਵੈਕਸੀਨ,
ਸਾਲ ਹੋ ਗਿਆ ਸਾਨੂੰ ਆਲਮੋਸਟ ਰਾਈਟ ਲਾਈਕ ਕਿ ਪਿਛਲੇ ਸਾਲ 21 ਦੇ ਵਿੱਚ ਜਦੋਂ ਵੈਕਸੀਨ ਆ ਗਿਆ ਸੋ ਦੈਨ ਫਿਰ ਸਾਨੂੰ ਹੋਰ ਇਸ਼ੂਜ਼ ਫੇਸ ਕਰਨੀਆਂ ਪੈ ਰਹੀਆਂ ਕਿ ਲੋਕ ਵੈਕਸੀਨ ਨਹੀਂ ਕਰਾ ਰਹੇ देयर आर सो ਮੈਨੀ ਮਿਥਸ ਤੁਸੀਂ ਸੁਣਿਆ ਹੋਣਾ ਆਪ ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ ਹੈਗਾ ਆਪਾਂ ਕਹਿੰਦੇ ਆ ਸੋਸ਼ਲ ਮੀਡੀਆ ਦਾ ਸੋ ਐਵਰੀ ਲਿਟਲ I would say like false information. There are so many websites on the, but you don't know, like a common person who doesn't have, ਜਿਹਦੇ ਕੋਲੇ knowledge ਨਹੀਂ ਹੈਗੀ science ਦੀ, basic science ਦੀ, basic, hygiene ਦੀ. So it was that simple, this COVID thing. So ਉਹ ਅਸੀਂ address ਕਰ ਰਹੇ ਹਾਂ, right, like India Home ਦੇ ਵਿੱਚ, at every level, nurses level, nurses aides level, ਕੋਈ ਜਿਹੜੀਆਂ ਹੈਗੀਆਂ ਨੇ ਸੋ ਸਾਰਿਆਂ ਨੂੰ ਐਜੂਕੇਟ ਕਰ ਰਹੇ ਆ ਇਸ ਦੇ ਵਿੱਚ। ਨਵਦੀਪ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਦੇਖਿਆ ਕਿ ਵੈਕਸੀਨ ਆਉਣ ਦੇ ਬਾਅਦ ਵੀ ਵੈਕਸੀਨ ਤੋਂ ਪਹਿਲੇ ਅਸੀਂ ਸਾਰੇ ਵੇਟ ਕਰ ਰਹੇ ਸੀਗੇ ਕਿ ਕਦ ਵੈਕਸੀਨ ਆਏਗੀ ਔਰ ਅਸੀਂ ਇਸ ਚੀਜ਼ ਨੂੰ ਨਿਸ਼ਾਨ ਪਾਵਾਂਗੇ ਬਟ ਵੇਖਿਆ ਇਹ ਗਿਆ ਕਿ ਜਦ ਵੈਕਸੀਨ ਆ ਵੀ ਗਈ ਤੇ ਲੋਕਾਂ ਦੇ ਇੰਨੇ ਭਰਮ ਸੀਗੇ ਇੰਨੀ ਮਿਥਸ ਜਿਹੜੀਆਂ ਉਹ ਅਫਲੋਡ ਕੀਤੀਆਂ ਗਈਆਂ ਕਿ ਹਾਲੇ ਵੀ ਬਹੁਤ ਵੱਡਾ ਸੈਕਸ਼ਨ ਹੈਗਾ ਪੋਪੂਲੇਸ਼ਨ ਦਾ ਜਿਨ੍ਹਾਂ ਨੇ ਵੈਕਸੀਨਸ ਨਹੀਂ ਲਗਾਈ ਅੱਜ ਅਸੀਂ ਇਹ ਤੁਹਾਡੇ ਤੋਂ ਅਸੀਂ ਇਸ ਓਪਰਚੁਨਿਟੀ ਦਾ ਫਾਇਦਾ ਚੱਕਾਂਗੇ ਤੁਸੀਂ ਸਪੈਸ਼ਲਿਸਟ ਹੈਗੇ ਹੋ ਔਰ ਇਸ ਕੇਸ ਵਿੱਚ ਤੁਸੀਂ ਇਸ ਸਿਚੁਏਸ਼ਨ ਨਾਲ ਬਹੁਤ ਡੀਲ ਕਰਦੇ ਹੋ ਅਸੀਂ ਕੁਝ ਮਿਥਸ ਦੇ ਬਾਰੇ ਜਿਹੜੀਆਂ ਲੋਕਾਂ ਦੇ ਜਿਹੜੇ ਵਹਿਮ ਹੈਗੇ ਤੁਹਾਡੇ ਨਾਲ ਗੱਲ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਸਾਡੇ ਲੋਕਾਂ ਦੇ ਉਹ ਵਹਿਮ ਜਿਹੜੇ ਉਹ ਦੂਰ ਕਰੋਗੇ ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲ ਕਰਦੇ ਹਾਂ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਨਵਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਬਹੁਤ ਸਾਰੇ ਬਿਟਸ ਬਹੁਤ ਸਾਰੇ ਵਹਿਮ ਕਮਿਊਨਿਟੀ ਵਿੱਚ ਪਾਰਟਿਕੂਲਰਲੀ ਹੈਗੇ ਜਿਸ ਦੀ ਕਰਕੇ ਹਾਲੇ ਵੀ ਕਈ ਲੋਕ ਇਹ ਜਿਹੜੀ ਵੈਕਸੀਨ ਹੈ ਕੋਵਿਡ ਦੀ ਉਹ ਨਹੀਂ ਲੈ ਰਹੇ ਅੱਜ ਤੁਸੀਂ ਪਲੀਜ਼ ਸਾਨੂੰ ਦੱਸੋ ਸਭ ਤੋਂ ਪਹਿਲਾਂ ਕਿਆ ਇਹ ਵੈਕਸੀਨ ਡੇਂਜਰਸ ਹੈ ਕਹਿੰਦੇ ਕਿ ਇਸ ਦੇ ਕੁਝ ਐਸੇ ਇੰਗਰੀਡੀਐਂਟਸ ਹੈਗੇ ਜੋ ਬਾਡੀ ਨੂੰ ਪਰਮਨੈਂਟਲੀ ਹਾਰਮ ਕਰਦੇ ਨੇ ਕਿਆ ਇਹ ਗੱਲ ਸੱਚ ਹੈ ਜੀ ਬਿਲਕੁਲ ਨਹੀਂ ਇਹ ਗੱਲ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਿੰਨੇ ਵੀ ਜਿਹੜੇ ਇਹਦੇ ਕੋਵਿਡ-19 ਵੈਕਸੀਨਸ ਤਿਆਰ ਕੀਤੇ ਗਏ ਆ 3 ਕੰਪਨੀਆਂ ਦੇ ਵੱਲੋਂ ਤੇ ਇਹ ਫਾਈਜ਼ਰ ਹੈ ਬਾਇਓਨਟੈਕ ਉਹ ਕੰਪਨੀ ਦੋ ਨੇ ਇੱਕ ਮੋਡਰਨਾ ਦਾ ਹੈ ਸਭ ਨੇ ਸੁਣਿਆ ਹੋਏਗਾ ਔਰ ਫਿਰ ਬਾਅਦ ਚੋਂ ਆਇਆ ਕਿ ਜੌਨਸਨ ਐਂਡ ਜੈਨਸਨ ਦਾ ਇੱਕ ਵੈਕਸੀਨ ਆਇਆ ਸੋ ਇਹਨਾਂ ਦੇ ਇੰਗਰੀਡੀਐਂਟਸ ਆਪਣੇ ਆਮ ਫੂਡ ਆਈਟਮਸ ਦੇ ਵਿੱਚ ਪਾਏ ਜਾਂਦੇ ਨੇ ਜਿੱਦਾਂ ਕਿ ਡਰੈਸਿੰਗਸ ਹੈ ਕਰੀਮ ਚੀਜ਼ ਖਾਂਦੇ ਹੋ ਫॉर ਐਗਜ਼ਾਮਪਲ ਟੂ ਨੇਮ ਸਮ ਥਿਕਨਰਸ ਹੈਗੇ ਆ ਅਸੀਂ ਡੇਲੀ ਕਿੰਨੀਆਂ ਚੀਜ਼ਾਂ ਗਰੋਸਰੀ ਆਈਟਮਸ ਤੋਂ ਆਇਲ ਚੋਂ ਚੱਕਦੇ ਆ everything has more ingredients like harmful ingredients than this vaccine so it is nothing in this thing that that is dangerous it totally completely myth ਹੈਗਾ so ਔਰ ਲੋਕਾਂ ਦੇ ਵਿੱਚ I know ਇਹ because ਬਿਮਾਰੀ ਨੇ it is a pandemic whole world ਦੇ ਵਿੱਚ ਸੀਗਾ ਇਹ obvious ਹੈ like ਲੋਕਾਂ ਨੂੰ ਇਹ ਡਰ ਪੈਦਾ ਹੋਣਾ ਕਿ ਪਤਾ ਨਹੀਂ ਕੀ ਹੈ right ਇੰਨੀ ਰਿਸਰਚ ਨਹੀਂ ਹੋਈ ਪਰ ਇਹਦੇ 'ਚ ਹੁਣ ਤਾਂ ਅਸੀਂ 2-3 ਸਾਲ ਹੋ ਗਏ ਨੇ ਆਲਮੋਸਟ ਕਿ ਉਦੋਂ ਹੀ ਇਹ ਕੋਈ ਨਵੀਂ ਵਾਇਰਸ ਨਹੀਂ ਕਿ ਜਿਹੜੀ ਵਾਇਰਸ ਆ ਪਹਿਲਾਂ ਵੀ ਵਾਇਰਸਸ ਦੇ ਵੈਕਸੀਨਸ ਬਣਦੇ ਆ ਕਾਮਨ ਕੋਲਡ ਵਰਗੀ ਹੀ ਇਹ ਵਾਇਰਸ ਹੈ ਪਰ ਇਸ ਨਵੀਂ ਸੀ ਇਹਦਾ ਜਿਹੜਾ DNA ਹੈਗਾ ਮੈਂ ਥੋੜੀ ਸਾਇੰਟਿਫਿਕ ਦੇ ਵਿੱਚ ਜ਼ਿਆਦਾ ਡਿਟੇਲ ਨਹੀਂ ਜਾਣਾ ਚਾਹੁੰਦੀ ਸੋ ਪਰ ਇਹ ਆਮ ਪਬਲਿਕ ਲਈ ਕੁਝ ਵੀ ਇਹਦੇ ਲਈ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਇਹ ਸਿਰਫ ਥੋੜਾ ਵੈਕਸੀਨ ਦੀ ਜਿਹੜੀ ਟੈਕਨੋਲੋਜੀ ਨਵੀਂ ਹੈਗੀ ਆ ਸੋ ਉਹ ਉਹਨਾਂ ਨੂੰ ਤੁਹਾਨੂੰ ਦੱਸਣਾ ਨਹੀਂ ਆ ਰਿਹਾ ਸੀ ਕਿ ਲੇਮੈਨ ਉਸ ਤੋਂ ਡਰ ਜਾਂਦਾ ਹੈਗਾ ਕਿ ਇਸ ਤਰ੍ਹਾਂ ਦਾ ਵੈਕਸੀਨ ਪਹਿਲਾਂ ਕੋਈ ਨਹੀਂ ਬਣਿਆ ਬਟ ਇਟ ਇਜ਼ ਟੈਕਨੋਲੋਜੀ ਐਗਜ਼ਿਸਟ ਕਰਦੀ ਸੀ ਪਰ ਇਹ ਵੈਕਸੀਨ ਇਸ ਤਰ੍ਹਾਂ ਦਾ ਨਹੀਂ ਬਣਿਆ ਸੀਗਾ ਕਿਉਂਕਿ ਹੁਣ ਤੁਹਾਨੂੰ ਕਹਿੰਦੇ ਆ ਨਾ ਡਿਮਾਂਡ ਐਂਡ ਸਪਲਾਈ ਔਰ ਕਹਿੰਦੇ ਆ ਤੁਸੀਂ ਲੋੜ ਕਾਦ ਦੀ ਮਾਂ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਹੁਣ ਇਸ ਟੈਕਨੋਲੋਜੀ ਦੀ ਲੋੜ ਪਈ ਤਾਂ mRNA ਵੈਕਸੀਨ ਦੀ ਤਾਂ ਇਹਨਾਂ ਨੇ ਇਹ ਲਾਈਕ ਇੰਨੀ ਛੇਤੀ ਲਾਈਕ ਸਾਰੇ ਟ੍ਰਾਇਲਸ ਦੇ ਵਿੱਚ ਵੀ ਜਾ ਕੇ ਸਾਰੇ ਐਕਸਪੈਰੀਮੈਂਟਸ ਹੋ ਕੇ ਇਹਨੂੰ ਬਣਾਇਆ ਗਿਆ ਜੀ ਤੇ ਕਹਿਣ ਦਾ ਤਾਤਪਰ ਇਹ ਹੈ ਕਿ ਕੋਈ ਇਸ ਦੇ ਵਿੱਚ ਡੇਂਜਰਸ ਇੰਗਰੀਡੀਐਂਟ ਨਹੀਂ ਹੈਗਾ ਅਸੀਂ ਪੂਰੀ ਇੱਕ ਲਿਸਟ ਤਿਆਰ ਕੀਤੀ ਹੈ ਜੋ ਮਿਥਸ ਲੋਕਾਂ ਵਿੱਚ ਪ੍ਰਚਲਿਤ ਹੈਗੇ ਇੱਕ ਜਿਹੜੀ ਹੋਰ ਲੋਕਾਂ ਵਿੱਚ ਕਈ ਲੋਕ ਜਿਹੜੀ ਵੈਕਸੀਨ ਨਹੀਂ ਲਗਾਉਂਦੇ ਉਹ ਇਹ ਗੱਲ ਮੰਨਦੇ ਨੇ ਕਿ ਬਈ ਜਿਹੜੀ ਨੈਚੁਰਲ ਇਮਿਊਨਿਟੀ ਹੈ
ਅਗਰ ਕਿਸੇ ਨੂੰ ਹੋ ਜਾਏ ਕੋਵਿਡ ਜਾਂ ਅਦਰਵਾਈਜ਼ ਉਹ ਬੈਟਰ ਹੈਗੀ ਹੈ ਇਨ ਵੈਕਸੀਨਸ ਤੋਂ। ਇਜ਼ ਦੈਟ ਫੇਅਰ ਟੂ ਸੇ? ਕਿਆ ਇਹ ਗੱਲ ਠੀਕ ਹੈਗੀ ਹੈ? It is, I mean, it is fair to say, I will give them right ਕਿ this thing ਕਿ better ਨਹੀਂ ਕਹਿ ਸਕਦੇ ਤੁਸੀਂ। okay ਤੁਹਾਡੇ ਕੋਲ immunity ਹੈਗੀ ਆ besides ਕਿ ਜਿਹਦੇ ਬਿਲਕੁਲ ਵੀ ਵੈਕਸੀਨ ਵੀ ਨਹੀਂ ਲਿਆ ਤੇ exposure ਵੀ ਨਹੀਂ ਕੀਤਾ, but immunity is ਜਿਹੜੀ ਆ it's very personal, or I should say ਕਿ ਬੰਦੇ ਦੀ ਇੱਕ ਬੰਦੇ ਦੀ ਨਾਲ ਦੂਸਰੇ ਦੀ you don't know until you get it, right? So ਇਹ ਬੈਟਰ ਕਹਿਣਾ ਅਸੀਂ ਨਹੀਂ ਮੰਨਦੇ ਸਾਇੰਟੀਫਿਕ ਕਮਿਊਨਿਟੀ ਦੇ ਵਿੱਚ। ਤੁਹਾਨੂੰ ਵੈਕਸੀਨ ਦੇ ਨਾਲ ਕਿ ਜਿਹੜੀ ਨੈਚੁਰਲ ਇਮਿਊਨਿਟੀ ਤੁਹਾਡੇ ਚ ਆ ਗਈ ਆ ਕਿ ਸਾਡੇ ਘਰਦਿਆਂ ਨੂੰ ਹੋਇਆ ਮੈਨੂੰ ਨਹੀਂ ਹੋਇਆ, ਸੋ ਮੇਰੇ ਕੋਲ ਨੈਚੁਰਲ ਇਮਿਊਨਿਟੀ ਹੈਗੀ ਆ ਕਿ ਮੈਨੂੰ ਵੈਕਸੀਨ ਦੀ ਲੋੜ ਨਹੀਂ, ਇਹ ਗਲਤ ਹੈਗੀ ਆ ਗੱਲ। ਇਹ ਤੁਹਾਨੂੰ ਫੇਰ ਕਿਤੋਂ ਹੋਰ ਹੋ ਸਕਦਾ ਕਿ ਤੁਸੀਂ ਮੇਬੀ ਤੁਹਾਡਾ ਇੱਕ ਆਪਣੀ ਫੈਮਿਲੀ ਦੇ ਵਿੱਚ ਸੇਮ DNA ਹੁੰਦਾ ਹੈ ਕਿ ਤੁਹਾਡੀ ਇਮਿਊਨਿਟੀ ਸਟਰੋਂਗ ਹੈਗੀ ਆ, ਤੋ ਕਈ ਫੈਕਟਰਸ ਤੇ ਡਿਪੈਂਡ ਕਰਦਾ, ਪਰ ਏਜ ਲਾਈਕ ਬੱਚਿਆਂ ਨੂੰ ਨਹੀਂ ਹੁੰਦਾ ਸੀ ਇਹ ਛੇਤੀ। ਬਟ ਜੇ ਤੁਸੀਂ ਸੀਨੀਅਰਸ ਹੋ, ਪਹਿਲਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਕਿ ਪਹਿਲਾਂ ਵੈਕਸੀਨ ਨੂੰ 65 ਪਲੱਸ ਨੂੰ ਦਿੱਤਾ ਗਿਆ, ਤੇ ਪਲੱਸ ਜਿਹੜੇ ਜਿਨ੍ਹਾਂ ਨੂੰ ਹੋਰ ਕੰਡੀਸ਼ਨ ਸੀਗੀਆਂ, ਹਾਰਟ ਕੰਡੀਸ਼ਨ ਸੀਗੀਆਂ, ਹਾਈਪਰਟੈਂਸ਼ਨ ਸੀਗੀ, ਰਾਈਟ, ਲਾਈਕ ਹਾਈ ਬਲੱਡ ਪ੍ਰੈਸ਼ਰ ਸੀਗਾ, ਕਹ ਲੋ ਸ਼ੂਗਰ ਸੀ, ਜਿਨ੍ਹਾਂ ਦੀ ਇਮਿਊਨਿਟੀ ਕੰਪਰੋਮਾਈਜ਼ ਹੈਗੀ ਹੈ। ਹਾਂਜੀ, ਸੋ ਉਹ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਤੇ ਬਟ ਹੁਣ ਇਹ ਸਾਰਿਆਂ ਨੂੰ ਰეკਮੈਂਡ ਕਰਨਾ ਉਹ ਇਸ ਕਰਕੇ ਕੀਤਾ ਗਿਆ ਸੀ ਕਿ ਉਹਨਾਂ ਕੋਲੇ ਵੈਕਸੀਨ ਦੀ ਇੰਨੀ ਜ਼ਿਆਦਾ ਅਵੇਲੇਬਿਲਿਟੀ ਨਹੀਂ ਸੀ, ਸੋ ਉਸ ਕਰਕੇ ਕੇਟਰ ਕਰਕੇ ਦਿੱਤਾ ਗਿਆ ਸੀ ਮੈਡੀਸਨ ਦੇ ਟਰਮ ਦੇ ਵਿੱਚ ਅਸੀਂ ਕਹਿੰਦੇ ਜਿਹਨਾਂ ਨੂੰ ਜ਼ਿਆਦਾ ਜ਼ਰੂਰਤ ਸੀਗੀ। ਸੋ ਪਰ ਹੁਣ ਅਸੀਂ ਇਸ ਕੰਡੀਸ਼ਨ ਤੇ ਹੈਗੇ ਆ ਕਿ ਸਾਰਿਆਂ ਨੂੰ ਵੈਕਸੀਨ ਲੈਣਾ ਜ਼ਰੂਰੀ ਹੈ, ਸੋ ਤਾਂ ਹੀ ਅਸੀਂ ਇਹਦੇ ਤੋਂ ਬਚ ਸਕਾਂਗੇ। ਤੇ ਇਹ ਬੈਟਰ ਇਮਿਊਨਿਟੀ ਵਾਲਾ ਵੀ ਵਹਿਮ ਹੈ, ਮੈਂ ਇਹ ਕਹਾਂਗੀ ਕਿ ਜੇ ਤੁਹਾਨੂੰ ਹੋ ਵੀ ਹਟਿਆ ਕਿਸੇ ਨੂੰ ਤਾਂ ਵੀ ਤੁਹਾਨੂੰ ਵੈਕਸੀਨ ਲੈਣਾ ਚਾਹੀਦਾ, ਸੋ ਇਹਦੇ ਲਈ। ਅੱਛਾ, ਅਗਰ ਕਿਸੇ ਨੂੰ ਹੋ ਕੇ ਵੀ ਹਟਿਆ ਹੈ ਉਹਨਾਂ ਨੂੰ ਫਿਰ ਵੀ ਵੈਕਸੀਨ ਜਿਹੜਾ ਉਹ ਲੈਣਾ ਚਾਹੀਦਾ। ਬਿਲਕੁਲ ਜੀ, ਤੇ ਇਹ ਸਟੱਡੀਜ਼ ਇਹਨਾਂ ਨੇ ਕਰ ਚੁੱਕੇ ਨੇ ਕਿ ਉਹਨਾਂ ਦੀ ਦੇ ਆਰ 2 to 3 times better than to catch it again। ਸੋ ਇਹ ਵੀ ਆਇਆ ਕਿ ਜੇ ਤੁਹਾਨੂੰ ਇੱਕ ਵਾਰੀ ਹੋ ਗਿਆ, ਤੁਸੀਂ ਵੈਕਸੀਨ ਨਹੀਂ ਲਿਆ, ਤੇ ਪਰ ਜਿਹੜੇ ਨਾਲ ਬੰਦੇ ਕੰਪੇਅਰ ਕਰਦੇ ਕਿਸੇ ਹੋਰ ਬੰਦੇ ਨੂੰ ਵੀ ਹੋ ਚੁੱਕਿਆ, ਵੈਕਸੀਨ ਪੋਜ਼ਿਟਿਵ ਆਇਆ ਐਂਡ ਉਹਨਾਂ ਨੇ ਵੈਕਸੀਨ ਲਿਆ, ਦੈਨ ਉਹਨਾਂ ਨੂੰ ਫਿਰ ਦੁਬਾਰਾ ਨਹੀਂ ਹੁੰਦਾ। ਤੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਿਆ ਬਿਮਾਰ ਹੋ ਕੇ, they were like 3 times at high risk of catching COVID-19 again। ਸੋ ਇਹ ਸਟੱਡੀਜ਼ ਕੀਤੀਆਂ ਗਈਆਂ ਨੇ, ਤੇ ਸੋ ਇਹ ਤੁਹਾਨੂੰ CDC ਲਈ ਰეკਮੈਂਡੇਸ਼ਨਸ ਹੈਗੀਆਂ ਨੇ ਕਿ ਜਦੋਂ ਤੁਹਾਨੂੰ ਤੁਸੀਂ ਪੋਜ਼ਿਟਿਵ ਹੋ ਵੀ ਗਏ ਹੋ, ਤੁਹਾਨੂੰ 3-4 ਦਿਨ ਤੁਸੀਂ ਢਿੱਲੇ ਰਹੇ ਹੋ, ਤਾਂ ਉਦੋਂ ਬਾਅਦ ਤੁਸੀਂ ਠੀਕ ਹੋ ਜਾਓ, ਫਿਰ ਵੀ ਤੁਸੀਂ ਜਾਓ ਤੇ ਆਪਣਾ ਵੈਕਸੀਨ ਜ਼ਰੂਰ ਲਗਵਾਓ। ਨਵਦੀਪ ਜੀ, ਕਈ ਲੋਕ ਇਹ ਫੀਲ ਕਰਦੇ ਨੇ, ਇਹ ਕਹਿੰਦੇ ਨੇ ਕਿ ਬਈ ਅਗਰ ਆਪਾਂ ਇਹ ਵੈਕਸੀਨ ਲਗਾਉਂਦੇ ਆ ਤੇ ਨਵੇਂ ਵੇਰੀਐਂਟਸ ਜਿਹੜੇ ਨੇ ਇਸਦੇ ਕੋਵਿਡ ਦੇ, ਕਰੋਨਾ ਦੇ, ਉਹ ਬਾਹਰ ਆਉਂਦੇ ਨੇ। ਇਸ ਗੱਲ ਵਿੱਚ ਕੋਈ ਸੱਚਾਈ ਹੈ? ਕਿਆ ਵੈਕਸੀਨ ਦਾ ਕੋਈ ਰੋਲ ਹੈਗਾ? ਹਾਂਜੀ, ਇਸ ਗੱਲ ਦੇ ਵਿੱਚ ਬਿਲਕੁਲ ਕੋਈ ਸੱਚਾਈ ਨਹੀਂ ਹੈ ਕਿ ਤੁਸੀਂ ਵੈਕਸੀਨ ਲੈ ਲਿਆ ਤਾਂ ਤੁਹਾਡੇ ਅੰਦਰ ਹੀ ਕੋਈ ਬਣਨੇ ਸ਼ੁਰੂ ਹੋ ਜਾਣਗੇ ਜਰਮ ਔਰ ਸਮਥਿੰਗ, ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਵੇਰੀਐਂਟਸ ਜ਼ਰੂਰ ਆਉਂਦੇ ਰਹਿੰਦੇ ਨੇ। ਇਹ ਵਾਇਰਸਿਸ ਦਾ ਕਹਿੰਦੇ ਆਪਾਂ ਉਹਨਾਂ ਦੀ ਲਾਈਫ ਸਾਈਕਲ ਹੀ ਇਸ ਤਰ੍ਹਾਂ ਦਾ। ਵਾਇਰਸਿਸ ਨੂੰ ਇੱਕ ਲਿਵਿੰਗ ਸੈੱਲ ਚਾਹੀਦਾ ਹੁੰਦਾ ਤੇ ਉਹ ਤੁਹਾਡੀ ਬਾਡੀ ਦੇ ਵਿੱਚ ਹੁੰਦੇ ਆ, ਪਰ ਇਹ ਜਿਹੜੀ ਵਾਇਰਸ ਆ ਇਹ ਸਪੈਸ਼ਲੀ ਰਾਈਟ ਲਾਈਕ ਤੁਹਾਡੇ ਬਲੱਡ ਸੈਲਸ ਦੇ ਵਿੱਚ ਜਾਂਦੀ ਆ। I mean they are doing ਹਲੇ ਸਟੱਡੀਜ਼ ਬਹੁਤ ਸਾਰੀਆਂ ਕਿ ਲੰਗਸ, ਪਰ ਸਾਰੇ ਲੋਕਾਂ ਦੇ ਲੰਗਸ ਦੇ ਵਿੱਚ ਨਹੀਂ ਜਾਂਦੀ। ਇਟਸ ਜਸਟ ਕੋਲਡ ਹੋ ਕੇ ਕਈਆਂ ਨੂੰ ਨਹੀਂ ਕੁਝ ਹੋ ਰਿਹਾ, ਰਾਈਟ, ਔਰ ਕਈਆਂ ਨੂੰ ਲਾਈਕ ਕਾਫੀ ਬਿਮਾਰ ਹੋ ਜਾਂਦੇ ਆ, ਲੰਗਸ ਦੇ ਵਿੱਚ ਜਾਂਦੀ ਆ, ਖੰਘ ਹੁੰਦੀ ਆ, ਤਾਂ ਸੋ ਨਿਮੋਨੀਆ ਔਰ ਵੈਰੀ ਡੇਂਜਰਸ ਨਿਮੋਨੀਆ ਹੋ ਜਾਂਦਾ। ਇਸ ਤੁਹਾਡੇ ਇਹ ਜਿਹੜਾ ਫੈਕਟ ਹੈਗਾ ਇਹ ਤੁਹਾਡੀ ਜੈਨੇਟਿਕਸ ਤੇ ਡਿਪੈਂਡ ਕਰਦਾ ਹੈਗਾ। ਸੋ ਇਹ ਇਦਾਂ ਦੀ ਤੁਹਾਡੀ ਬਾਡੀ ਨਹੀਂ ਇਹ ਕੋਈ ਤੁਹਾਨੂੰ ਚੇਂਜ ਕਰਦੀ, ਬਟ ਤੁਹਾਡੀ ਬਾਡੀ ਵਾਇਰਸ ਨੂੰ ਨਹੀਂ ਚੇਂਜ ਕਰਦੀ, ਕੋਈ ਵੇਰੀਐਂਟ ਨਵਾਂ ਨਹੀਂ ਬਣਾਉਂਦੀ, ਪਰ ਤੁਹਾਡੀ ਬਾਡੀ ਉਹਦੀ ਰਿਐਕਟ ਡਿਫਰੈਂਟਲੀ ਕਰਦੀ ਆ। ਤੁਹਾਡੀ ਬਾਡੀ ਕਿ ਉਹਨੂੰ ਸੇਵ ਕਰਦੀ ਹੈ, ਕਿਲ ਨਹੀਂ ਕਰਦੀ ਵਾਇਰਸ ਸੈਲਸ ਨੂੰ, ਸੋ ਤੇ ਤੁਹਾਡੇ ਕੋਲ ਇਮਿਊਨਿਟੀ ਨਹੀਂ ਹੈ। ਦੈਨ ਅਗੇਨ ਸੋ ਵੀ ਐਮਫਸਾਈਜ਼ ਕਿ ਜਦੋਂ ਤੁਹਾਡੇ ਕੋਲ ਵੈਕਸੀਨ ਹੋਏਗਾ, ਤੁਹਾਡੇ ਕੋਲ ਉਹ ਐਂਟੀਬਾਡੀ ਸੈੱਲ ਤੁਹਾਡੀ ਬਾਡੀ ਨੇ ਬਣਾਏ ਹੋਣਗੇ ਕਿ ਜੇ ਵੈਕਸੀਨ ਕੋਈ ਤੁਹਾਨੂੰ ਵਾਇਰਸ ਦਾ ਇਨਫੈਕਸ਼ਨ ਹੁੰਦੀ ਹੈ, ਪਾਰਟੀਕਲ ਦੀ ਬਲੱਡ ਸਟ੍ਰੀਮ ਚ ਤੁਹਾਡੇ ਜਾਂਦੀ ਹੈ, ਤਾਂ ਇਹ ਤੁਹਾਡੀ ਐਂਟੀਬਾਡੀ ਉਹਨੂੰ ਕਿਲ ਕਰ ਸਕਦੀ ਹੈ।
ਤੇ ਇੱਕ So I hope I don't go in that details. Yeah. ਜਿਹੜੇ ਇੱਕ ਨੈਰੇਟਿਵ ਇਹ ਵੀ ਕਹਿੰਦਾ ਹੈ ਕਿ ਇਹ ਜਿਹੜੀ ਵੈਕਸੀਨ ਹੈ ਇਹ ਤੁਹਾਡਾ ਡੀਐਨਏ ਹੀ ਆਲਟਰ ਕਰ ਦਿੰਦੀ ਹੈ, ਇਸ ਗੱਲ 'ਚ ਕੋਈ ਸੱਚਾਈ ਹੈ? ਨਹੀਂ ਜੀ ਨਹੀਂ, ਇਹ ਇਸ ਗੱਲ ਦੀ ਰਾਈਟ ਸੀ ਉੱਥੇ ਆ ਜਾਂਦੀ ਨੇ। ਅੱਜ ਕੱਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਬਿਕੋਜ਼ ਇਹ ਨਵੀਂ ਟੈਕਨੋਲੋਜੀ ਦਾ ਵੈਕਸੀਨ ਹੈ। ਇਹ mRNA ਵੈਕਸੀਨ ਇਹਨੂੰ ਕਹਿੰਦੇ ਆ। ਜਿਵੇਂ ਹੁਣ ਸਭ ਨੂੰ ਵਰਡਸ ਪਤਾ ਚੱਲ ਗਏ ਨੇ ਕਿ RT-PCR ਅਸੀਂ ਜਿੱਦਾਂ ਟੈਸਟ ਕਰਦੇ ਆ, ਰਾਈਟ, ਲਾਈਕ ਸੋ ਇਹ ਟੈਕਨੋਲੋਜੀ ਹੈਗੀ ਆ ਵਿਚ ਇਜ਼ ਲਾਈਕ ਅਸੀਂ ਜਦੋਂ ਕਾਲਜ ਜਾਂਦੇ ਆ ਤਾਂ ਇਹ ਹਲੇ ਡਿਵੈਲਪਿੰਗ ਉਹਦੇ ਵਿੱਚ ਸੀਗੀ ਤੇ ਬਟ ਸੋ ਅਸੀਂ ਸਟੱਡੀ ਇਹਦੇ ਲਈ ਕਰਦੇ ਸੀ, ਰਿਸਰਚ ਦੇ ਵਿੱਚ ਇਹ ਟੈਕਨੋਲੋਜੀ ਸੀਗੀ, ਬਟ ਇਹਦਾ ਯੂਜ਼ ਹੋ ਗਿਆ ਹੈ ਹੁਣ। ਇਹ ਕੋਈ ਤੁਹਾਡਾ DNA ਨਹੀਂ ਚੇਂਜ ਕਰਦੀ। ਜਦੋਂ ਤੁਹਾਨੂੰ ਵੈਕਸੀਨ ਆਰਮ ਦੇ ਵਿੱਚ ਲਗਾਉਂਦੇ ਆ, ਇੰਨਾ ਮਿਨਿਊਟ ਪਾਰਟੀਕਲ, ਮਾਈਕਰੋ ਪਾਰਟੀਕਲ ਇਹ ਦਿੰਦੇ ਆ, ਉਹ ਇੱਕ ਵਾਰੀ ਤੁਹਾਡੀ ਐਂਟੀਬਾਡੀ ਬਣਾ ਕੇ ਸੈਲਸ ਦੇ ਵਿੱਚ ਉਹ ਮਰ ਜਾਂਦਾ ਜਿਹੜਾ ਤੁਹਾਨੂੰ ਵੈਕਸੀਨ ਦੇ ਵਿੱਚ ਤੁਹਾਨੂੰ ਦਿੱਤਾ ਹੈਗਾ RNA ਵੈਕਸੀਨ। ਸੋ ਇਸ ਗੱਲ ਦੇ ਵਿੱਚ ਬਿਲਕੁਲ ਕੋਈ ਸੱਚਾਈ ਨਹੀਂ ਕਿ ਤੁਹਾਡਾ DNA ਚੇਂਜ ਹੋ ਜਾਊਗਾ। ਤੁਹਾਡੇ ਸੈੱਲ ਜਿਹੜੇ ਨੇ, ਬਾਡੀ ਜਿਹੜੀ ਹੈ ਉਹ ਇਮਿਊਨਿਟੀ ਸੈਲਸ ਲਾਈਕ ਜਿਹਨੂੰ ਕਹਿੰਦੇ ਆਪਾਂ T ਸੈਲਸ ਬਣਾਏਗੀ, B ਸੈਲਸ ਬਣਾਏਗੀ, ਐਂਟੀਬਾਡੀਜ਼ ਬਣਾਏਗੀ, ਤੇ ਉਸ ਤੋਂ ਬਾਅਦ ਨਹੀਂ, ਕੋਈ ਤੁਹਾਡਾ DNA ਨਹੀਂ ਚੇਂਜ ਹੋਏਗਾ। ਬਟ ਜਿਵੇਂ ਤੁਸੀਂ ਇਹ ਜਿਹੜੀ mRNA ਟੈਕਨੋਲੋਜੀ ਹੈ, is it still a vaccine? Can it be considered a vaccine or it's something else? No, it is like, okay, it is like ਜਿੱਦਾਂ ਆਪਾਂ ਕਹਿੰਦੇ ਤੁਹਾਡੀ ਪਿਕਚਰ ਹੈ, ਰਾਈਟ, it is DNA ਦੀ ਪਿਕਚਰ ਹੈਗੀ RNA ਦੇ ਵਿੱਚ। ਹਾਂਜੀ, like ਤੁਸੀਂ ਕਹਿ ਦੋ, like I mean I'm trying to explain it to in a layman's language, DNA ਤੁਹਾਡਾ ਡਬਲ ਸਟ੍ਰੈਂਡ ਹੁੰਦਾ। DNA is in every body, but ਉਸ ਤੋਂ DNA ਤੋਂ ਬਾਅਦ ਤੁਹਾਡਾ mRNA ਬਣਦਾ, mRNA ਤੋਂ ਬਾਅਦ ਤੁਹਾਡਾ ਪ੍ਰੋਟੀਨ ਬਣਦਾ, ਰਾਈਟ, ਜਿਹਨੂੰ ਆਪਾਂ ਅਸੀਂ ਪ੍ਰੋਟੀਨ ਕਹਿੰਦੇ ਆ। ਸੋ ਐਵਰੀਥਿੰਗ ਪ੍ਰੋਟੀਨ ਜਿਵੇਂ ਕਹ ਲਓ ਇਜ਼ ਅ ਐਕਸਪ੍ਰੈਸ਼ਨ ਪਾਰਟੀਕਲ, so mRNA by itself it doesn't exist, it has to exist in a cell. So mRNA, it's a very sensitive molecule, so it ਮਰ ਜਾਂਦਾ ਵੈਸੇ ਹੀ, so ਤਾਂ ਹੀ ਇਹਨੂੰ ਤਾਂ ਅਸੀਂ -80 ਡਿਗਰੀ ਤੇ ਇਹਨੂੰ ਫਰੀਜ਼ ਕਰਦੇ ਆ, ਤੇ ਇੱਕ ਵਾਰੀ ਥਾ ਹੋ ਜਾਵੇ ਜਿਹੜਾ ਤੁਹਾਡੀ ਵੈਕਸੀਨ ਦੀ ਵਾਇਲ ਹੈ, ਫਿਰ ਉਹ ਇੰਨਾ ਇਫੈਕਟਿਵ ਵੀ ਨਹੀਂ ਰਹਿੰਦੀ ਹੈਗੀ। ਅੱਛਾ ਜੀ, ਹਾਂਜੀ ਹਾਂਜੀ। ਨਵਦੀਪ ਜੀ, ਸਾਡੇ ਸਵਾਲ ਕੁਝ ਹੋਰ ਹਨ, ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਅਸੀਂ ਇਹ ਸਵਾਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਦੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਨਵਦੀਪ ਜੀ, ਇੱਕ ਜਿਹੜੀ ਹੋਰ ਮਿਥ ਹੈ ਔਰ ਇਹ ਥੋੜੀ ਥੋੜੀ ਜ਼ਿਆਦਾ ਸਟ੍ਰੇਂਜ ਹੋ ਜਾਂਦੀ ਹੈ। ਕਈ ਲੋਕ ਇਹ ਕਹਿੰਦੇ ਹਨ ਕਿ ਇਹ ਜਿਹੜੀ ਵੈਕਸੀਨ ਹੈ ਇਹ ਇੱਕ ਮਾਈਕਰੋਚਿਪ ਪਲਾਂਟ ਕਰਦੀ ਹੈ ਤੁਹਾਡੀ ਬਾਡੀ ਦੇ ਅੰਦਰ, ਕਿਉਂਕਿ ਸਰਕਾਰ ਤੁਹਾਨੂੰ ਟ੍ਰੇਸ ਕਰਨਾ ਚਾਹੁੰਦੀ ਹੈ। ਆਈ ਡੋਨਟ ਨੋ ਕੀ ਇਹ ਥਿਊਰੀਜ਼ ਹਨ। ਐਨੀ ਟਰੂਥ ਟੂ ਦੈਟ? No, Ji, there's absolutely no truth to it. It is like a body cell part, ਥੋੜਾ ਜਿਹਾ ਕਹਿ ਲਓ ਇਹਨੂੰ। mRNA ਜਿਹੜੀ ਤੁਹਾਡੀ ਸੈੱਲ ਬਾਡੀ ਦੇ ਵਿੱਚ ਬਣਦੇ ਨੇ, ਤੇ ਇਹ ਮਾਈਕਰੋਚਿਪ is nothing but ਜੋ ਤੁਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਸੁਣਦੇ ਹੋ ਇਹਦੇ ਬਾਰੇ, ਰਾਈਟ, ਲਾਈਕ ਸੋ ਮੈਂ ਵੀ ਸੁਣਦੀ ਹਾਂ, ਰਾਈਟ, ਆਪਣੇ ਤੁਹਾਡੇ ਵੀ, ਲਾਈਕ ਹਾਊ ਕੁਡ ਯੂ ਥਿੰਕ ਥੀਸ ਥਿੰਗਸ, ਸਾਨੂੰ ਜਿਹੜੇ ਬੰਦੇ ਰਿਸਰਚ ਦੇ ਵਿੱਚ ਹੈਗੇ ਨੇ, ਡਾਕਟਰਸ ਨੇ, ਸਾਇੰਟਿਸਟ ਨੇ, PhD ਇਨ ਮਾਈਕਰੋਬਾਇਓਲੋਜੀ ਐਂਡ ਸੋ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਜਸਟ ਤੁਹਾਡਾ ਇਮਿਊਨ ਸਿਸਟਮ ਨੂੰ ਸਟਿਮੂਲੇਟ ਕਰਦਾ, ਜਿਹੜਾ ਕੋਈ ਵੀ ਵੈਕਸੀਨ ਹੈ, ਨਾਟ ਜਸਟ ਕੋਵਿਡ ਵੈਕਸੀਨ, ਕੁਝ ਤੁਸੀਂ ਇਨਫਲੂਐਂਜ਼ਾ ਦਾ ਲਾਈਕ ਵੈਕਸੀਨ ਰਹਿੰਦੇ ਹੋ, ਫਲੂ ਦਾ ਵੈਕਸੀਨ ਜਾਂ MMR ਦਾ, ਮੀਜ਼ਲਸ ਦਾ ਅਸੀਂ ਲਗਾਉਂਦੇ ਹਾਂ ਬੱਚਿਆਂ ਦੇ, ਸਮਾਲ ਪੌਕਸ, ਚਿਕਨ ਪੌਕਸ ਦਾ। ਸੋ ਇਸ ਗੱਲ ਦੇ ਵਿੱਚ ਬਿਲਕੁਲ ਹੀ ਕੋਈ ਸੱਚਾਈ ਨਹੀਂ ਹੈ। ਜਸਟ ਇਹ ਤੁਹਾਡੀ ਬਾਡੀ ਨੂੰ ਐਂਟੀਬਾਡੀਜ਼ ਬਣਾਉਂਦਾ ਔਰ ਫਾਸਟਨ ਕਰਦਾ ਕਿ ਸੋ ਯੂ ਹੈਵ ਇਟ once if you get exposed to that, your body is ready to fight so this COVID-19, ਜੇ ਤੁਹਾਡੀ ਕੋਈ ਇਨਫੈਕਸ਼ਨ ਹੋਏਗੀ, ਤੁਹਾਡੀ ਬਾਡੀ ਕੋਲੇ ਆਲਰੇਡੀ ਐਂਟੀਬਾਡੀਜ਼ ਹੋਣਗੀਆਂ, ਤੁਹਾਨੂੰ ਟਾਈਮ ਨਹੀਂ ਲੱਗੇਗਾ ਕਿ ਬਣਾਉਣ ਲਈ। ਜੀ, so that's why we recommend the vaccine. ਜੀ ਜੀ ਜੀ। ਇੱਕ ਆਖਰੀ ਸਵਾਲ, ਇੱਕ ਹੋਰ ਜਿਹੜਾ ਡਰ ਲੋਕਾਂ ਦਾ ਕਿ ਇਹ ਕੁਝ ਫਰਟੀਲਿਟੀ ਇਸ਼ੂਜ਼ ਜਿਹੜੇ ਉਹ ਰੇਜ਼ ਕਰਦਾ ਹੈ, ਉਸ ਦੇ ਵਿੱਚ ਕੋਈ ਸੱਚਾਈ ਹੈਗੀ ਹੈ? Hanji, I mean, there is no truth to that either. It is recommended for pregnant women and it doesn't affect koi fertility issues te nahi karda, and it is recommended to children. ਇਸ ਦਾ ਕੋਈ ਕਿਸੇ ਤੇ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ ਹੈ, ਕਿਸੇ ਨੂੰ ਨਹੀਂ ਇਹ ਕੋਈ ਟੈਨਸ਼ਨ, ਸਟ੍ਰੈਸ ਲੈਣ ਦੀ ਜ਼ਰੂਰਤ ਜਾਂ ਕਿ ਇਹਦੇ ਵਿੱਚ ਕੋਈ ਅਸਰ ਹੁੰਦਾ ਹੈ। Because it's not a live vaccine, it's not even a dead vaccine, so ਜਿਸ ਤਰ੍ਹਾਂ ਦੇ ਹੋ ਰਿਹਾ inactivated vaccine, it's like a totally inert molecule,
that will just give, it's like the most clean technology of having a vaccine, so mRNA technology. ਡਾਕਟਰ ਸੂਦ, ਇਹ ਜਿਹੜੀ ਅਸੀਂ ਗੱਲਾਂ ਕਰ ਰਹੇ ਸਾਂ, ਮਤਲਬ ਇਟਸ ਸਰਪ੍ਰਾਈਜ਼ਿੰਗ ਕਿ ਲੋਕ ਹਾਲੀ ਵੀ ਇਨ ਚੀਜ਼ਾਂ ਤੇ ਬਲੀਵ ਕਰਦੇ ਹਨ। ਕਈ ਲੋਕ ਅਸੀਂ ਜਾਣਦੇ ਹਾਂ ਜੋ ਵੈਕਸੀਨ ਲਗਾਉਣ ਤੋਂ ਮਨਾ ਕਰਦੇ ਪਏ ਕਿ ਕਈ ਲੋਕਾਂ ਦਾ ਤੇ ਇਹ ਕਹਿਣਾ ਕਿ ਬਈ ਤੁਹਾਨੂੰ ਕਰੋਨਾ ਨਾ ਵੀ ਹੋਏ, ਤੁਸੀਂ ਵੈਕਸੀਨ ਲਗਾਓ, ਤੁਹਾਨੂੰ ਉਸ ਦੇ ਨਾਲ ਕਰੋਨਾ ਹੋ ਜਾਂਦਾ। ਕਈ ਲੋਕ ਬੂਸਟਰਸ ਲੈਣ ਤੋਂ ਬਿਲਕੁਲ ਮਨਾ ਕਰਦੇ ਪਏ। ਕੋਈ ਵੀ ਸੱਚਾਈ ਹੈਗੀ ਹੈ ਇਨ ਗੱਲਾਂ ਵਿੱਚ? ਇਹ ਜਿਹੜੀ ਡਿਫਿਕਲਟੀਜ਼ ਲੋਕਾਂ ਨੇ ਕ੍ਰੀਏਟ ਕੀਤੀਆਂ ਆਪਣੇ ਮਾਈਂਡਸ ਵਿੱਚ, ਆਪਣਾ ਹੀ ਨੁਕਸਾਨ ਕਰਾ ਰਹੇ। ਮੈਂ ਤੁਹਾਨੂੰ ਦੱਸੂ, ਅੱਜ ਕੀ ਤਾਰੀਖ ਵਿੱਚ ਜਿੱਦਾਂ ਡਾਕਟਰ ਗਰੇਵਾਲ ਕਹਿ ਰਹੇ ਸੀਗੇ, ਇੰਨੀ ਸਾਰੀ ਸੋਰਸਿਸ ਹੈਗੀ ਸਾਨੂੰ ਇਨਫੋਰਮੇਸ਼ਨ ਮਿਲਣ ਲਈ। ਅਸੀਂ ਵੀ ਬਿਲੀਵ ਵਾਟ ਵੀ ਵਾਂਟ ਟੂ ਬਿਲੀਵ ਜੀ। ਸੋ ਮੈਂ ਖੁਦ ਆਪਣੇ ਆਪ ਨੂੰ ਵੈਕਸੀਨੇਸ਼ਨ ਕਰਾਇਆ ਸੀ ਦਸੰਬਰ ਵਿੱਚ, ਜਦ ਸਾਨੂੰ ਸਭ ਤੋਂ ਪਹਿਲਾਂ ਅਲਾਉਡ ਸੀਗਾ ਜੀ। ਔਰ ਮੇਰੀ ਵਾਈਫ ਵੀ ਹੈਲਥ ਪ੍ਰੋਫੈਸ਼ਨਲ ਹੈਗੀ, ਉਹ ਵੀ ਡਾਕਟਰ ਹੈਗੀ, ਉਹਨੇ ਕਰਾਇਆ ਸੀ। ਜਦ ਮੇਰੇ ਬੇਟਾ 17 ਸਾਲ ਦਾ ਹੈਗਾ, ਜਦ ਐਲੀਜੀਬਲ ਸੀਗੇ ਕਿ 16 ਸਾਲ ਤੋਂ ਉੱਤੇ ਕੋਈ ਵੀ ਅਲਾਉਡ ਹੋ, ਤਾਂ ਪਹਿਲੇ ਹਫਤੇ ਵਿੱਚ ਹੀ ਮੈंने ਆਪਣੇ ਬੇਟੇ ਨੂੰ ਵੀ ਵੈਕਸੀਨ ਕਰਵਾਈ ਸੀ। और मैं बूस्टर भी, ਅਸੀਂ तीनों बूस्टर भी ले चुके हैं, तो इसमें कोई डर ਦੀ ਹੈਗੀ ਨਹੀਂ। और ਤੁਸੀਂ ਸੁਣਿਆ ਹੋਗਾ ਜਦ ਓਮਾਈਕਰਨ ਆਇਆ ਸੀਗਾ ਦਸੰਬਰ ਵਿੱਚ ਜੀ, ਜਿੰਨੇ ਵੀ ਲੋਕ ਹਸਪਤਾਲ ਗਏ ਸੀ, ਸਾਰੀ ਸਟੱਡੀਜ਼ ਕਹਿੰਦੀ ਸੀ ਕਿ ਜਿਨ੍ਹਾਂ ਨੇ ਵੈਕਸੀਨ ਨਾ ਲਿੱਤਾ ਸੀ ਉਹਨਾਂ ਨੂੰ ਜ਼ਿਆਦਾ ਸਫਰਿੰਗ ਹੋਈ, ਉਹਨਾਂ ਨੂੰ ਹਸਪਤਾਲ ਜਾਣਾ ਪੜਾ। ਬਾਕੀ ਲੋਕੀ ਜਿਨ੍ਹਾਂ ਦੀ ਵੈਕਸੀਨੇਸ਼ਨ ਲੈ ਚੁੱਕੇ ਸੀ ਉਹਨੂੰ ਅਸਰ ਹੋਇਆ ਵੀ ਥੋੜਾ ਜਿਹਾ ਜੋ ਓਮਾਈਕਰਨ ਦਾ, ਉਹਨੂੰ ਬਸ ਇੱਕ ਦਿਨ ਬੁਖਾਰ ਰਿਹਾ ਜਾਂ ਕੁਝ ਮਾੜਾ ਜਿਹਾ तकलीफ हुई और उसके बाद रिकवर हो गई सी 100%। तो इसलिए आई टोटली बिलीव कि सरकार थानू फ्री मुफ्त विच दे रही है, बाकी दुनिया विच पैसे दे के वैक्सीन लगाने पैंदे हैं, तद भी लोग इत्थे डरदे हैं या न्यूज़ सुनते हैं। देयर इज नो ट्रूथ इन एनी ऑफ दैट। जी जी जी। डॉक्टर साहब, तुसी फिटनेस हो, असी फिटनेस है, असी भी सारे ने वैक्सीन लगाई हैं, बूस्टर्स भी लगाए हैं, और ये चीज भी देखी है एज यू सेड कि जिन लोगों ने वैक्सीन नहीं लगाई उन्होंने जब कोविड होया तो वो बड़ा सीवियर होया। जिन लोगों ने वैक्सीन लगाई सन उन्होंने उन्ना सीवियर नहीं होया। एज यू सेड 1 या 2 दिन में भी उन्होंने बुखार भी होया, सिम्पटम्स उन्होंने बड़े लाइट सीगे। पर डॉक्टर साहब, मैं एक बार फिर तुहाडे तो ये चीज पूछना चाहूंगा, तुसी कई लोग एक कंप्लेंट करते, देखो जी मैं तो वैक्सीन लगाई सी या फलाने बंदे ने वैक्सीन लगाई सी, उसनू फिर भी कोविड हो गया, ये चीज ने कोई असर ही नहीं करती है। दसो जी किवें हो गया? इस चीज का की जवाब है? वैक्सीन दा मेन हैगा थानू जान तो बचान लई जी। एक्सपोजर थानू जिद्दां जुकाम 2 दफा 3 दफा मौसम विच हो सकता है। एक बारी तुसी फ्लू शॉट भी ले लो तो भी फ्लू कभी कभी होंदा है, लेकिन जो ओदा साइड इफेक्ट है या जो सीरियसनेस है ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ if you have taken the vaccine. So the vaccine doesn't prevent you from getting COVID, but it protects you from getting seriously ill and maybe dying. That's what we need to understand. जी हाँ जी, ये मैं कहना चाहती हूँ, I know a very good point है कि it doesn't protect you from getting infection, right? Getting COVID positive, we should say, but it protects your body. It gives you an immune response कि ਤੁਹਾਡੀ body is ready to fight it, and then you won't even notice it ਕਿ ਤੁਹਾਨੂੰ ਹੋਇਆ। ਜੇ ਤੁਹਾਡੇ ਵੈਕਸੀਨ ਲੱਗਿਆ ਹੋਇਆ ਤਾਂ ਥੋੜਾ ਜਿਹਾ ਅਸਰ ਹੋਏਗਾ ਜਦੋਂ ਤੁਸੀਂ ਕਿਸੇ ਐਕਸਪੋਜ਼ਰ ਦੇ ਵਿੱਚ ਆਂਦੇ ਹੋ, ਉਹਦੇ ਵਿੱਚ ਕਿਸੇ ਦੇ ਪੋਜ਼ਿਟਿਵ ਦੇ ਵਿੱਚ। ਬਿਕੋਜ਼ ਇਹ ਮਿਥ ਮੇਰੇ ਹਸਬੈਂਡ ਨੂੰ ਖੁਦ ਸੀ, ਉਹਨਾਂ ਦੀ ਵੈਕਸੀਨ ਲੱਗੀ ਹੋਈ ਸੀ, ਐਂਡ ਦੈਨ ਹੀ ਵਾਸ ਲਾਈਕ not wearing mask and not keeping clean hands or something, so ਇੱਕ ਕਿਸੇ wedding ਦੇ ਵਿੱਚ ਗਏ and he came positive. So and then he didn't know this ਕਿ ਮੈਨੂੰ ਕਿ ਮੇਰੇ ਵੈਕਸੀਨ ਲੱਗੀ ਹੈ ਤਾਂ ਮੈਂ ਪੋਜ਼ਿਟਿਵ ਵੀ ਨਹੀਂ ਹੋ ਸਕਦਾ। ਸੋ ਇਹ ਵੀ ਵੈਰੀ ਇੰਪੋਰਟੈਂਟ ਪੁਆਇੰਟ ਹੈਗਾ ਜਿਹੜਾ ਡਾਕਟਰ ਸੂਦ ਨੇ ਰੈਫਰ ਕੀਤਾ ਹੈਗਾ ਕਿ ਸੋ ਪਰਸਨਲੀ, ਸੋ ਕਿਉਂਕਿ ਤੁਸੀਂ ਜੇ ਸਾਇੰਟਿਸਟ ਹੋ ਜਾਂ ਡਾਕਟਰ ਹੋ ਜਾਂ ਕੁਝ ਹੋ, ਤੁਸੀਂ ਇਸ ਗੱਲ ਨਾਲ ਤੁਹਾਡੇ ਦਿਮਾਗ 'ਚ ਆਉਂਦੀਆਂ ਨਹੀਂ ਹੈ। ਸੋ ਤਾਂ ਹੀ ਮੈਂ ਇਹ ਐਡਰੈਸ ਕੀਤਾ ਕਿ ਬਟ ਇਹ ਕੁਐਸਚਨਸ ਆਉਂਦੇ ਆ ਲਾਈਕ ਲੇਮੈਨ ਨੂੰ, ਜੇ ਤੁਹਾਡੀ ਨਹੀਂ ਸਾਇੰਸ ਮੀਨ ਦੇ ਆਰ ਵੈਲਿਡ ਕੰਸਰਨਸ ਸੋ ਕਿ ਐਡਰੈਸ ਨਹੀਂ ਕੀਤੇ ਜਾਂਦੇ ਬਿਕਾਜ਼ ਇਟ ਵਾਸ ਪੈਂਡੈਮਿਕ, ਸਾਰੇ ਲੋਕਾਂ ਨੂੰ ਬਹੁਤ ਡਰ ਸੀਗਾ। ਸੋ ਇਟ ਇਜ਼ ਇੰਪੋਰਟੈਂਟ ਕਿ ਤੁਹਾਡੇ ਜ਼ਰੀਏ ਸੋ ਲੋਕਾਂ ਤੱਕ ਪਹੁੰਚੇ।
ਜੀ ਨਹੀਂ ਪਾਰਟਿਕੂਲਰਲੀ ਇਹ ਜਿਹੜੀ ਗੱਲ ਹੈ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਾਲੇ ਵੀ ਲੋਕ ਕਹਿੰਦੇ ਕਿ ਵੀ ਉਸਨੇ ਤੇ ਵੈਕਸੀਨ ਲਗਾਈ ਸੀ ਫਲਾਣੇ ਬੰਦੇ ਨੂੰ ਫਿਰ ਵੀ ਹੋ ਗਿਆ ਇਹ ਇਸ ਦਾ ਇਹ ਦੇਖੋ ਜੀ ਇਸ ਦਾ ਕੋਈ ਅਸਰ ਨਹੀਂ ਹੈਗਾ ਫਰਾਡ ਹੈਗਾ ਜੀ ਪਤਾ ਨਹੀਂ ਕੀ I don't know ਬਟ ਇਹ ਜਿਹੜੀ ਗੱਲ ਤੁਸੀਂ ਸਪੈਸੀਫਾਈ ਕੀਤੀ ਹੈ ਕਿ ਭਈ ਐਦਾਂ ਨਹੀਂ ਹੈ ਕਿ ਇਹ ਇਨਫੈਕਸ਼ਨ ਰੋਕ ਦੇਗਾ ਇਨਫੈਕਸ਼ਨ ਸੀ ਤੁਹਾਨੂੰ ਫਿਰ ਵੀ ਹੋ ਸਕਦੀ ਹੈ ਬਟ ਉਹਦੀ ਜਿਹੜੀ ਸਿਵੀਅਰਿਟੀ ਹੈ ਕਈ ਕੇਸ ਆਪਾਂ ਕਹਿੰਦੇ ਆ ਕਿ ਕਈ ਲੇਮਨ ਟਰਮ ਵਿੱਚ ਕਹਿੰਦੇ ਜੀ ਇਹ ਲਵਾ ਲਓ ਤੇ ਤੁਹਾਡੀ ਡੈਥ ਨਹੀਂ ਹੋਣ ਦੇਗਾ ਇਹ ਜਿਹੜਾ ਵੈਕਸੀਨ ਹੈਗੀ ਹੈ ਰਾਈਟ ਇਹ ਉਹਨਾਂ ਤੁਹਾਨੂੰ ਜ਼ਿਆਦਾ ਬਿਮਾਰ ਨਹੀਂ ਹੋਣ ਦੇਗਾ ਤੁਹਾਡੀ ਜਿਹੜੀ ਬਿਮਾਰੀ ਦਾ ਲੈਵਲ ਹੈ ਉਹ ਬੜਾ ਘੱਟ ਬੜਾ ਮਾਈਲਡ ਰਹੇਗਾ ਔਰ ਇਹ ਚੀਜ਼ ਅਸੀਂ ਵੇਖੀ ਹੈ ਇਹ ਅਸੀਂ ਆਮ ਚੀਜ਼ ਵੇਖੀ ਹੈ ਕਿ ਜਿਹਨਾਂ ਨੂੰ ਵੈਕਸੀਨ ਦੇ ਬਾਅਦ ਵੀ ਕੋਵਿਡ ਹੋਇਆ ਉਹ ਇੰਨਾ ਜ਼ਿਆਦਾ ਸੀਵੀਅਰ ਨਹੀਂ ਸੀਗਾ ਡਾਕਟਰ ਸੂਦ ਬੂਸਟਰ ਕਿੰਨਾ ਇੰਪੋਰਟੈਂਟ ਹੈਗਾ ਕਈ ਲੋਕ ਜਿਨ੍ਹਾਂ ਨੇ ਦੋਨੋਂ ਵੈਕਸੀਨਸ ਲਗਾਈ ਹਨ ਉਹ ਬੂਸਟਰ ਲਗਾਉਣ ਤੋਂ ਪਰਹੇਜ਼ ਕਰਦੇ ਨੇ ਕਿੰਨਾ ਇੰਪੋਰਟੈਂਟ ਹੈਗਾ ਬੂਸਟਰ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਪਹਿਲਾ ਡੋਜ਼ ਤੇ ਦੂਜਾ ਡੋਜ਼ ਵੈਕਸੀਨ ਦਾ ਲਿੱਤਾ ਸੀ ਉਹ ਇਸ ਲਈ ਕਿਉਂਕਿ ਇਹ ਵੇਰੀਐਂਟ ਆਂਦੇ ਰਹਿੰਦੇ ਜੀ ਤੇ ਜੋ ਤੁਸੀਂ ਪਹਿਲਾ ਵੈਕਸੀਨ ਲਿੱਤਾ ਸੀ ਉਹ ਹੁਣ ਜੋ ਜਿੱਦਾਂ ਕਿ ਮੈਂ ਐਗਜ਼ਾਮਪਲ ਦੂੰਗਾ ਜਦ ਫਲੂ ਹੁੰਦਾ ਹੈ ਹਰ ਸਾਲ ਨਵਾਂ ਫਲੂ ਦਾ ਸ਼ਾਟ ਲੈਣਾ ਪੈਂਦਾ ਹੈ ਕਿਉਂ ਕਿਉਂਕਿ ਇਹ ਵੱਖਰੇ ਕਿਸਮ ਦਾ ਸਟ੍ਰੇਨ ਹੁੰਦਾ ਹੈ ਜੀ ਜੋ ਤੁਸੀਂ ਫਲੂ ਦਾ ਸ਼ਾਟ ਲਿੱਤਾ ਸੀ 1 ਸਾਲ ਪਹਿਲੇ ਉਹ ਹੁਣ ਇਸ ਸਾਲ ਬੇਕਾਰ ਹੈਗਾ ਜੀ ਕਈ ਵਾਰੀ ਜੀ ਤਾਂ ਸੇਮ ਵੇ ਜਦ ਬੂਸਟਰ ਹੁਣ ਹੋ ਸਕਦਾ ਹੈ ਗੱਲਾਂ ਚੱਲ ਰਹੀ ਹੈ ਕਿ ਇੱਕ ਹੋਰ ਬੂਸਟਰ ਆਉਣ ਵਾਲਾ ਹੈ ਅਗਲੇ ਸਾਲ ਜਾਂ ਇਸ ਸਾਲ ਡਿਪੈਂਡਿੰਗ ਔਨ ਕਿਸ ਤਰ੍ਹਾਂ ਦਾ ਵੇਰੀਐਂਟ ਆਏਗਾ ਕੋਵਿਡ ਦਾ ਤੇ ਇਹ ਚਲੇ ਨਹੀਂ ਜਾਣੇ ਵਾਲਾ ਸਾਨੂੰ ਵੀ ਹੈਵ ਟੂ ਲਿਵ ਵਿਦ ਇਟ ਜੀ 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 ਐਂਡ ਮੇਕ ਇਟ ਪਾਰਟ ਆਫ ਆਵਰ ਲਾਈਫ ਬਟ ਨਾਟ ਬੀ ਸਕੇਅਰਡ ਆਫ ਇਟ डर के ਤੁਸੀਂ ਪਲੰਗ ਦੇ ਥੱਲੇ ਛੁਪ ਜਾਓ ਤੇ ਕੁਝ ਨਹੀਂ ਹੋਣੇ ਵਾਲਾ ਯੂ ਆਰ ਨਾਟ ਗੋਇੰਗ ਟੂ ਬੀ ਸੇਵਡ ਸੋ ਦ ਡਰਨ ਦੀ ਕੋਈ ਗੱਲ ਹੈ ਨਹੀਂ ਤੁਸੀਂ ਅਗਰ ਯਾਦ ਕਰੋ ਸਭੀ ਲੋਕ ਵੈਂਟੀਲੇਟਰ ਸ਼ੋਰ ਮਚਾਉਂਦੇ ਸੀ ਜੀ ਹੁਣ ਕੋਈ ਨਹੀਂ ਗੱਲ ਕਰਦਾ ਕਿ ਜੀ ਵੈਂਟੀਲੇਟਰ ਹੋਣਾ ਜ਼ਰੂਰੀ ਹੈ ਜਾਂ ਫਿਰ ਆਕਸੀਜਨ ਦਿੰਦੇ ਰਹੋ ਬੰਦੇ ਨੂੰ ਆਕਸੀਜਨ ਟੈਂਕ ਹੀ ਨਹੀਂ ਅਵੇਲੇਬਲ ਹੈਗੇ ਕਿਉਂ ਇਹ ਸਭ ਜਿੱਦਾਂ ਵੀ ਗਾਟ ਟੂ ਨੋ ਮੋਰ ਅਬਾਊਟ ਦ virus we learned how to fight it well and the best way to fight it is with the vaccination and the boosters ਡਾਕਟਰ ਗਰੇਵਾਲ ਇਸ ਗੱਲ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਕਿਉਂਕਿ ਵੇਰੀਐਂਟਸ ਬਦਲਦੇ ਰਹਿੰਦੇ ਨੇ ਤੇ ਜਿਹੜੇ ਵੈਕਸੀਨਸ ਔਰ ਬੂਸਟਰ ਇਸ ਵੇਲੇ ਪ੍ਰੈਵਲੈਂਟ ਹੈਗੇ they might not work on those different variants or is it something ਜੋ ਸਾਰੇ ਲਈ ਸਾਨੂੰ ਕਿਸੇ ਕਿਸਮ ਦੀ ਕਿਸੇ ਲੈਵਲ ਤੇ ਕੋਈ ਪ੍ਰੋਟੈਕਸ਼ਨ ਦਿੰਦਾ ਹੈ ਦੇਖੋ ਜੀ I mean so far ਜਿੰਨੀਆਂ ਸਟੱਡੀਜ਼ ਹੋਈਆਂ ਹੈਗੀਆਂ ਇਹ ਜਿਹੜਾ ਮੋਲੀਕਿਊਲ ਹੈ this is like a common molecule ਜਿਹੜੇ ਕਈ ਵੇਰੀਐਂਟਸ ਉਹਦੇ ਸੇ ਇਹ ਕਿਸ ਤਰ੍ਹਾਂ ਇਵੋਲਵ ਕਰਦੀ ਆ ਇਹ ਹਲੇ ਪਤਾ ਨਹੀਂ ਹੈ ਟਾਈਮ ਦੇ ਨਾਲ ਪਤਾ ਚੱਲੇਗਾ ਕਿ ਜਿੱਦਾਂ ਹੁਣ ਇਨਫਲੂਐਂਜ਼ਾ ਵੀ ਐਕਚੁਅਲੀ ਮੈਨੂੰ ਇਨਫਲੂਐਂਜ਼ਾ ਯਾਦ ਹੈ ਜਿਹੜਾ ਫਲੂ ਸੀਜ਼ਨ 70s ਦੇ ਵਿੱਚ ਕਿਤੇ ਆਇਆ ਸੀ ਇੰਡੀਆ ਦੇ ਵਿੱਚ I was brought up in India so ਪੰਜਾਬ ਦੇ ਵਿੱਚ ਤੇ ਉਦੋਂ ਫਲੂ ਤੋਂ ਲੋਕੀ ਇਸ ਤਰ੍ਹਾਂ ਹੀ ਡਰਦੇ ਸੀ ਸੋ ਪਰ ਇਹਦਾ ਡਾਕਟਰ ਸਾਹਿਬ ਆਮ ਸੌਰੀ ਮੈਂ ਤੁਹਾਡੀ ਥਾਟ ਨੂੰ ਬ੍ਰੇਕ ਕਰ ਰਿਹਾ ਇੱਕ ਬ੍ਰੇਕ ਦਾ ਸਮਾਂ ਹੋਇਆ ਹੈ ਬਟ ਇਹ ਸਵਾਲ ਬੜਾ ਇੰਪੋਰਟੈਂਟ ਹੈ ਮੈਂ ਇਹ ਸਵਾਲ ਜਾਰੀ ਰੱਖਾਂਗਾ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਨਵਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀਗੇ ਕਿ 70s ਵਿੱਚ ਕਿਵੇਂ ਜਦ ਇਨਫਲੂਐਂਜ਼ਾ ਹੋਇਆ ਤੇ ਪੰਜਾਬ ਵਿੱਚ ਲੋਕੀ ਕਿਵੇਂ ਡਰੇ ਹੋਏ ਸੀ ਕਿਸ ਤਰ੍ਹਾਂ ਰਿਐਕਸ਼ਨ ਜਿਹੜੇ ਨੋ ਸਿਮਿਲਰ ਸੀਗੇ ਟੂ ਵਾਟ ਵੀ ਸੀ ਟੁਡੇ ਪਲੀਜ਼ ਤੁਸੀਂ ਆਪਣੀ ਥਾਟ ਕੰਪਲੀਟ ਕਰੋਗੇ ਹਾਂਜੀ ਲਾਈਕ ਮੈਂ ਉਦੋਂ 7th 8th ਗ੍ਰੇਡ ਦੇ ਵਿੱਚ ਸੀ ਤਾਂ ਮੈਨੂੰ ਇੰਨਾ ਪਤਾ ਹੈ ਕਿ ਸਾਡੇ ਪੇਰੈਂਟਸ ਨੇ like okay educated families ਦੇ ਵਿੱਚ right like ਉਹ ਸਾਨੂੰ ਸਕੂਲ ਤੋਂ ਛੁੱਟੀਆਂ ਕਰਾਤੀਆਂ ਸੀ ਕਿ ਇਹ ਫਲੂ ਹੈ ਇਹ ਬੜਾ ਭੈੜਾ ਫਲੂ ਹੈ ਕਿ ਬਿਮਾਰ ਹੁੰਦੇ ਹੋ ਤੁਸੀਂ ਕਿ so ਕਿ ਪਤਾ ਨਹੀਂ ਕਿਸੇ ਨੂੰ ਕਿ ਵੈਕਸੀਨ ਲੈਣੀ ਹੈ ਸੋ ਪਰ ਆਫ ਕੋਰਸ ਟਾਈਮ ਦੇ ਨਾਲ ਤੁਸੀਂ ਭੁੱਲ ਜਾਂਦੇ ਹੋ ਆਪਾਂ ਕਮਿਊਨਿਟੀ ਦੇ ਵਿੱਚ so we take care of it ਸੋ also ਮੈਂ ਰਿਲੇਟ ਕਰਦੀ ਸੀ ਜਦੋਂ ਪੈਂਡੈਮਿਕ ਦੇ ਵਿੱਚ ਮੇਰੇ ਪੇਰੈਂਟਸ ਇੰਡੀਆ ਦੇ ਵਿੱਚ ਸੀ ਤਾਂ ਮੈਂ ਉਹਨਾਂ ਨੂੰ ਇਹ ਯਾਦ ਕਰਾਇਆ ਕਿ ਦੇਖੋ ਬਿਕਾਜ਼ ਉਹ in their 80s ਸੀ actually I had lost my father to COVID and he is I mean it's almost a year and he did not take the vaccine ਔਰ ਉਹਨਾਂ ਨੇ ਸਾਰਿਆਂ ਨੂੰ ਵੈਕਸੀਨ ਲਗਵਾਇਆ right so I know I am in this field
So to me, this was like that important too, that I want to come in the community and I want to share this ਕਿ ਉਹ ਕਿਉਂਕਿ ਜੇ ਤੁਸੀਂ ਸਾਇੰਸ ਬੈਕਗ੍ਰਾਉਂਡ ਨਹੀਂ ਹੈ ਤਾਂ ਤੁਸੀਂ ਗ੍ਰਾਸਪ ਨਹੀਂ ਕਰਦੇ ਇਨਫੋਰਮੇਸ਼ਨ ਨਾ ਵੀ ਇਸ ਤਰ੍ਹਾਂ ਕਿਵੇਂ ਹੋ ਗਿਆ ਰਾਈਟ ਹੁਣ ਅਸੀਂ ਕਦੇ ਦੇਖਿਆ ਨਹੀਂ ਪੈਂਡੈਮਿਕ ਇਸ ਤਰ੍ਹਾਂ ਦਾ ਤੇ ਪਰ ਸੋ ਐਟ that ਟਾਈਮ ਵੀ ਕਿ ਨਾਓ ਵੀ ਹੈਵ ਵੈਕਸੀਨ ਇਟ ਇਜ਼ ਲਾਈਕ ਜਿਸ ਤਰ੍ਹਾਂ ਡਾਕਟਰ ਸੂਦ ਨੇ ਮੈਂਸ਼ਨ ਕੀਤਾ ਕਿ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਉਹਨਾਂ ਨੂੰ ਵੀ ਕਿ ਲੰਗਸ ਦੇ ਵਿੱਚ ਗਿਆ ਕਿ देयर आर ਸਟੱਡੀਜ਼ ਡਨ ਔਨ ਦਿਸ ਥਿੰਗ ਐਂਡ ਉਹ ਇਮਿਊਨਿਟੀ ਦੇ ਵਿੱਚ ਬੜੀਆਂ ਸਟੱਡੀਜ਼ ਹੁੰਦੀਆਂ ਨੇ ਕਿ ਪਰ ਤੁਸੀਂ ਉਹ ਆਮ ਲੋਕਾਂ ਨੂੰ ਨਹੀਂ ਦੱਸਦੇ ਬਟ ਇੰਨਾ ਹੀ ਦੱਸਦੇ ਆ ਕਿ ਇਹ ਜਿਹੜਾ ਇਵੋਲਵ ਹੁੰਦਾ ਰਹਿੰਦਾ ਪਰ ਜਿਹੜਾ ਵੈਕਸੀਨ ਬਣਾਇਆ ਇਹ ਤੁਹਾਨੂੰ ਪ੍ਰੋਟੈਕਟ ਕਰੇਗਾ ਲਾਈਕ ਸੋ ਬੂਸਟਰ ਤੁਹਾਨੂੰ ਜਸਟ ਹੈਗਾ ਕਿਉਂਕਿ ਉਹ ਪ੍ਰੋਟੀਨ ਪਾਰਟੀਕਲ ਹੈ ਜਿੰਨਾ ਚਿਰ ਪ੍ਰੋਟੀਨ ਪਾਰਟੀਕਲ ਚੇਂਜ ਨਹੀਂ ਹੁੰਦਾ ਵਾਇਰਸ ਦਾ ਉਨੀ ਦੇਰ ਤੱਕ ਨਵਾਂ ਸਟ੍ਰੇਨ ਤੁਸੀਂ ਨਹੀਂ ਕਹਿੰਦੇ ਉਹ ਥੋੜੀ ਜਿਹੀ ਚੇਂਜ ਹੁੰਦੀ ਹੈ ਬਟ ਸਟਿਲ ਯੂਰ ਵੈਕਸੀਨ will protect you. So ਉਸ ਗੱਲ ਪਿੱਛੇ ਇੰਨਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ so we are learning with it, the scientists are learning with it, so as it will come, so Dr. Grewal, we are very sorry for your loss, but ਇਹ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਲੋਕਾਂ ਨੇ ਵੈਕਸੀਨ ਲੈਣ ਤੋਂ ਮਨਾ ਕਰਨ ਨਾਲ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਰਹੀ ਬਈ ਕਰੋ ਔਰ ਇੱਕ ਟਾਈਮ ਐਸਾ ਆ ਗਿਆ ਜਦ ਸਾਡੀ ਤੇ US ਦੀ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਪੈਂਡੇਮਿਕ ਹੈ ਅਨਵੈਕਸੀਨੇਟਿਡ ਲੋਕਾਂ ਦਾ ਪੈਂਡੇਮਿਕ ਹੈ ਕਿਉਂਕਿ ਉਹ ਵੈਕਸੀਨ ਨਹੀਂ ਲੈਣ ਦੇ ਜਿਹੜੇ ਨੁਕਸਾਨ ਹਨ ਉਹ ਬਹੁਤ ਜ਼ਿਆਦਾ ਹਨ ਔਰ ਜਿਨ੍ਹਾਂ ਨੇ ਵੈਕਸੀਨ ਨਹੀਂ ਲਿੱਤੀਆਂ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਇਹ ਚੀਜ਼ ਦੇਖੀ ਗਈ ਹੈ ਡਾਕਟਰ ਸੂਦ ਤੁਹਾਡਾ ਕਹਿਣਾ ਹੈ ਕਿ ਇਹ ਜਿਹੜੀ ਸਿਚੁਏਸ਼ਨ ਅਸੀਂ ਦੇਖੀ ਹੈ this is here to stay ਜਿਸ ਤਰ੍ਹਾਂ ਨਵਦੀਪ ਜੀ ਕਹਿ ਰਹੇ ਕਿ 70s ਵਿੱਚ ਵੀ ਐਦਾਂ ਦੀ ਹੀ ਸਿਚੁਏਸ਼ਨ ਬਣੀ ਸੀ ਇਹ ਜਿਹੜਾ ਵਾਇਰਸ ਹੈ ਇਹ ਕੋਈ ਕੰਪਲੀਟਲੀ ਗਾਇਬ ਹੋਣ ਵਾਲਾ ਨਹੀਂ ਹੈ all that we need to do is take our vaccines ਔਰ ਜਿਹੜੇ ਆਪਣੇ preventive measures ਹਨ ਉਹ ਆਪਾਂ ਲੈਂਦੇ ਰਹੀਏ is that right yes ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਜਿੰਨੀ ਮਿਥ ਸੀਗੀ ਅਸੀਂ ਸੀਨੀਅਰ ਸੈਂਟਰ ਵਿੱਚ ਲੈਕਚਰ ਲੈਂਦੇ ਆ ਜਿੱਦਾਂ ਅਸੀਂ ਹੁਣ ਤੁਹਾਡੇ ਪੰਜਾਬੀ ਕਮਿਊਨਿਟੀ ਨੂੰ ਸ਼ੇਅਰ ਕਰ ਰਹੇ ਹਾਂ ਤੇ ਸਾਰੇ ਸੀਨੀਅਰ ਕਮ ਸੇ ਕਮ ਅਸੀਂ ਜ਼ੂਮ ਦੇ ਦੁਆਰਾ ਤੇ ਵੈਸੇ 160,000 ਕਮਿਊਨਿਟੀ ਮੈਂਬਰ ਵਿੱਚ ਇਨਫੋਰਮੇਸ਼ਨ ਭੇਜੀ ਸੀਗੀ ਕਮ ਸੇ ਕਮ 2000 ਲੋਕਾਂ ਨੂੰ ਅਸੀਂ ਹੈਲਪ ਕੀਤਾ ਸੀਨੀਅਰਸ ਨੂੰ ਵੈਕਸੀਨ ਦਿਲਵਾਣੇ ਦਾ ਸਾਡੇ ਸੈਂਟਰ ਵਿੱਚ ਵੀ ਉਹ ਟਰੱਕ ਆਂਦੀ ਸੀ ਤੇ ਵੈਕਸੀਨ ਲਗਵਾਉਂਦੇ ਸੀ ਸੀਨੀਅਰਸ एंड कम से कम 40,000 मास्क असी बांटे सी उस वक्त तो और लोगों के घर जाके ग्रोसरी भी असी छड़े के आए सी ते खाना भी जो अकेले रहंदे हैं बाहर नहीं जा सकते बिकॉज ऑफ द सिचुएशन जो सीगा उस वक्त तो इंडिया होम दा यही मकसद हैगा कि जिस तरह असी अपने कम्युनिटी ਨੂੰ ਸਰਵ ਕਰ ਸਕੇ ਤੇ ਸਾਨੂੰ ਜੋ ਗਵਰਨਮੈਂਟ ਤੋਂ ਗ੍ਰਾਂਟ ਵੀ ਮਿਲਦਾ ਹੈ ਉਹ ਸਾਡੇ ਫਾਇਦੇ ਲਈ ਹੈਗਾ ਤੇ ਜਿੰਨੇ ਲੋग साडा मेंबरशिप फ्री हैगा अगर जो लोग देख रहे हैं रिचमंड हिल हो या क्यू गार्डन दे कोल रहंदे हो they can welcome to come see what the center does उत्थे दोस्त बनाओ थोड़ा जा वक्त बिताओ and get the benefit of this that the government is providing for our community ਜੀ ਡਾਕਟਰ ਸਾਹਿਬ ਜਿਹੜਾ ਤੁਹਾਡਾ ਇੰਡੀਆ ਹੋਮ ਦਾ ਰੋਲ ਰਿਹਾ ਇਸ ਕੋਵਿਡ ਦੇ ਦੌਰਾਨ ਉਹ ਬਹੁਤ ਸਰਾਹਨੀय ਹੈਗਾ ਤੁਸੀਂ ਹਰ ਕਿਸਮ ਦੇ ਲੋਕ ਇੰਡੀਵਿਜੂਅਲਸ ਦੀ ਤੁਸੀਂ ਹੈਲਪ ਕੀਤੀ ਹੈ ਆਪਣੀ ਕਮਿਊਨਿਟੀ ਵਿੱਚ ਵੀ ਆਪਣੀ ਕਮਿਊਨਿਟੀ ਦੇ ਬਾਹਰ ਵੀ ਔਰ ਇਹ ਸਾਡੇ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀਆਂ ਵਰਗੀਆਂ ਇੰਸਟੀਟਿਊਸ਼ਨਸ ਜਿਹੜੀਆਂ ਉਹ ਐਗਜ਼ਿਸਟ ਕਰਦੀਆਂ ਅਸੀਂ ਇਹ ਪ੍ਰੋਗਰਾਮ ਉਹਨਾਂ ਦੇ ਸਾਹਮਣੇ ਤਾਂ ਲੈ ਕੇ ਆ ਰਹੇ ਹਾਂ ਕਿ ਉਹ ਜਾਣਨ ਕਿ ਇਹੋ ਜਿਹੀ ਜਿਹੜੀ ਇੰਸਟੀਟਿਊਸ਼ਨਸ ਹਨ ਇਹੋ ਜਿਹੀ ਆਰਗੇਨਾਈਜੇਸ਼ਨਸ ਐਗਜ਼ਿਸਟ ਕਰਦੀਆਂ ਜੋ ਬਹੁਤ ਜ਼ਿਆਦਾ ਹੈਲਪ ਕਰਦੀਆਂ ਕਈ ਲੋਕੀ were completely left alone during this problem, right? ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਜਾਈਏ ਕੌਣ ਸਾਡੀ ਹੈਲਪ ਕਰਨ ਵਾਸਤੇ ਹੈ ਇਹ ਸਾਡੇ ਲੋਕਾਂ ਲਈ ਜਾਣਨਾ ਜ਼ਰੂਰੀ ਹੈ ਕਿ ਸਰਕਾਰ ਬਹੁਤ ਪ੍ਰੋਗਰਾਮਸ ਚਲਾਉਂਦੀ ਹੈ ਬਟ ਉਹ ਜਿਹੜੇ ਪ੍ਰੋਗਰਾਮਸ ਹਨ ਉਹ ਕਿਸੇ ਦੇ ਥਰੂ ਚੱਲਦੇ ਨੇ ਔਰ ਉਹ ਕਿੰਨਾ ਦੇ ਥਰੂ ਚੱਲਦੇ ਨੇ ਆਰਗੇਨਾਈਜੇਸ਼ਨਸ ਲਾਈਕ ਇੰਡੀਆ ਹੋਮ ਤੁਹਾਨੂੰ ਤੁਹਾਡੇ ਇਕੱਲੇਪਨ in itself ਇੱਕ ਡਿਜ਼ੀਜ਼ ਹੈਗੀ ਹੈ ਇੱਕ ਡਿਪਰੈਸ਼ਨ ਜਿਹੜਾ ਹੈ 올ਡ ਏਜ ਦੇ ਨਾਲ ਇੱਕ ਬੜਾ ਸੀਵੀਅਰ ਇੱਕ ਬਿਮਾਰੀ ਦੇਖੀ ਜਾਂਦੀ ਹੈ is that fair to say ਡਾਕਟਰ ਸੂ yes ਕਿਉਂਕਿ ਜਿੱਦਾਂ ਤੁਸੀਂ ਦੇਖੋ ਅਗਰ ਮਾਈਂਡ ਐਕਟਿਵ ਰਹੇ ਜੀ ਤੇ ਅਸੀਂ we stay happy ਅਸੀਂ ਦੋਸਤ ਲੋਕਾਂ ਨਾਲ ਮਿਲਦੇ ਇੰਡੀਆ ਵਿੱਚ ਅਲੱਗ ਹੈਗਾ ਕਿਉਂਕਿ ਸਾਡੇ ਆਸ-ਪਾਸ ਪੜੋਸੀ ਹੈਗੇ ਉਹਨਾਂ ਨੂੰ ਜਾ ਕੇ ਗੱਲ ਕਰ ਸਕਦੇ ਹੋ ਕੋਈ ਜ਼ਿਆਦਾਤਰ ਇੰਡੀਆ
ਬੀਬੀ ਨਾਲ ਗੱਲ ਕਰ ਲਿਆ, ਕਿਸੇ ਹੋਰ ਨਾਲ ਵਕਤ ਕਰ ਲਿਆ ਤਾਂ ਦਿਲ ਦਾ ਬੋਝ ਹਲਕਾ ਕਰ ਲੈਂਦੇ ਆ। ਇੱਥੇ ਕੋਈ ਹੈ ਹੀ ਨਹੀਂ ਗੱਲ ਕਰਨ ਲਈ ਜਾਂ ਕਿਸੇ ਨੂੰ ਮਿਲਣ ਲਈ। ਬਾਹਰ ਜਾ ਨਹੀਂ ਸਕਦੇ ਅਸੀਂ ਸਰਦੀ ਵਿੱਚ, ਉਹ ਵੀ ਰਿਸਟ੍ਰਿਕਸ਼ਨ ਰਹਿੰਦੀ ਹੈ। ਤਾਂ ਵੀ ਟਰਾਈ ਆਰ ਬੈਸਟ ਟੂ ਰੀਚ ਥਰੂ ਵਰਚੁਅਲੀ। ਜਿਹਦੇ ਕੋਲ ਕੰਪਿਊਟਰ ਹੋ ਜਾਂ ਕੁਝ ਹੋ, then they can attend the programs virtually, ਜਿਨ੍ਹਾਂ ਨੂੰ ਜਿੱਦਾਂ benefit ਮਿਲ ਸਕੇ। ਡਾਕਟਰ ਸਾਹਿਬ, ਇਹ ਜਿਹੜੇ ਤੁਹਾਡੇ ਇਨਸੈਂਟਿਵਸ ਵਿੱਚ ਮੈਂਬਰਸ਼ਿਪ ਹੁੰਦੀ ਹੈ, is it paid? ਜਿਹੜੇ ਸਾਡੇ ਬਜ਼ੁਰਗ ਹੈਗੇ, ਕਿ do they have to pay money for this? Absolutely not. Membership is 100% free. ਜੀ। And you also get, ਤੁਹਾਨੂੰ ਖਾਣਾ ਖਿਲਾਉਂਦੇ, ਲੰਚ ਦਿੰਦੇ ਹੈ। ਅਸੀਂ ਸਾਰੇ ਹੋਲੀ, ਵਿਸਾਖੀ, ਸਾਰੇ ਫੈਸਟੀਵਲ, ਦੀਵਾਲੀ ਸੈਲੀਬ੍ਰੇਟ ਕਰਦੇ ਹੈ। ਸਾਰੇ ਸੀਨੀਅਰਸ ਦੇ ਬਰਥਡੇ ਸੈਲੀਬ੍ਰੇਟ ਕਰਦੇ ਹੈ ਤਾकि ਕੁਝ ਖੁਸ਼ੀ ਮਨਾਓ। ਤੁਸੀਂ you meet, ਵਕਤ ਗੁਜ਼ਰ ਜਾਂਦਾ ਹੈ, you feel connected। ਜੀ ਜੀ, ਲਗੇ ਜੀ ਲਗਾ ਰਹੇ। ਜੀ ਜੀ, that is the aim। ਜੀ। ਨਹੀਂ ਡਾਕਟਰ ਸਾਹਿਬ, ਅਸੀਂ recently individually ਸਾਡੀ ਲੋਕਲ ਕਮਿਊਨਿਟੀ ਚ ਸਾਨੂੰ ਐਸੇ ਇਨਸੀਡੈਂਟ ਸਾਹਮਣੇ ਆਏ ਜਿੱਥੇ ਯੰਗ ਬੱਚੇ, ਯੰਗ ਪੇਰੈਂਟਸ, ਰਾਈਟ, ਬੱਚਿਆਂ ਨੂੰ ਸਕੂਲ ਛੱਡ ਦੇਣ, ਖੁਦ ਕੰਮ ਤੇ ਚਲੇ ਜਾਂਦੇ ਨੇ, ਤੇ ਬਜ਼ੁਰਗਾਂ ਨੂੰ ਕੀ ਕਰਨ, ਉਹ ਸਾਰੇ ਦਿਨ ਲਈ ਉਹਨਾਂ ਨੂੰ ਮਾਲਸ ਤੇ ਛੱਡ ਕੇ ਚਲੇ ਜਾਂਦੇ। ਸਵੇਰੇ 9 ਵਜੇ ਛੱਡਦੇ ਨੇ, ਸ਼ਾਮੀ 6 ਵਜੇ ਉਹਨਾਂ ਨੂੰ ਉਧਰ ਚੱਕਦੇ ਨੇ ਔਰ ਫਿਰ ਘਰ ਲੈ ਕੇ ਆਉਂਦੇ ਨੇ। ਉਹ ਜਿਹੜਾ ਟਾਈਮ ਹੈ ਉਹ ਬਜ਼ੁਰਗਾਂ ਲਈ ਇੱਕ ਟਾਰਚਰ ਦਾ ਟਾਈਮ ਹੈ। ਉਹ ਫਿਜ਼ੀਕਲੀ ਟੈਕਸਿੰਗ ਹੈਗਾ, ਇਮੋਸ਼ਨਲੀ ਟੈਕਸਿੰਗ ਹੈਗਾ। ਇਸ ਸਿਚੁਏਸ਼ਨ ਵਿੱਚ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ, ਜਿੱਥੇ ਉਹ ਆਪਣੇ ਵਰਗੇ ਲੋਕ ਜਿਨ੍ਹਾਂ ਨਾਲ ਉਹ ਪੰਜਾਬੀ ਬੋਲ ਸਕਣ, ਲੈਂਗੁਏਜ ਬੋਲ ਸਕਣ, ਜਿੱਥੇ ਉਹ ਆਪਣਾ ਖਾਣਾ ਖਾ ਸਕਣ, ਜਿੱਥੇ ਉਹ ਇੱਕ ਹੱਸਦੇ ਖੇਡਦੇ ਕੁਝ ਟਾਈਮ ਬਤੀਤ ਕਰ ਸਕਣ, ਉਹ ਇਸ ਚੀਜ਼ ਦੀ ਇਹ ਜਿਹੜੀ ਸੇਵਾ ਹੈ, ਇਸ ਦਾ ਕੋਈ ਮੁੱਲ ਨਹੀਂ, ਇਸ ਦਾ ਕੋਈ we can't thank you enough for providing these services। Thank you very much। ਆਪਣੀ ਸਾਰੀ ਕਮਿਊਨਿਟੀ ਨੂੰ ਇਸ ਪ੍ਰੋਗਰਾਮ ਲਈ ਦੁਬਾਰਾ ਰਿਮਾਈਂਡ ਕਰਾਂਗੇ ਕਿ ਇੰਡੀਆ ਹੋਮ ਜੈਸੀ ਆਰਗੇਨਾਈਜੇਸ਼ਨ ਤੁਹਾਡੇ ਵਿੱਚ ਸ਼ਾਮਿਲ ਹੈ, ਰਿਚਮੰਡ ਹਿੱਲ ਵਿੱਚ ਹੈ। ਕਿੱਥੇ ਤੁਸੀਂ ਡਾਕਟਰ ਸੂਪ, ਕਿੱਥੇ ਹੈਗਾ ਐਗਜ਼ੈਕਟਲੀ ਰਿਚਮੰਡ ਹਿੱਲ ਵਿੱਚ ਆਪਣਾ? ਅਗਰ ਤੁਸੀਂ, ਮੇਰੇ ਕੋਲ ਐਡਰੈਸ ਪੂਰਾ ਰਾਈਟ ਨਾਓ ਆਈ ਡੋਂਟ ਹੈਵ, ਲੇਕਿਨ ਅਗਰ ਕੋਈ ਵੀ ਪੁੱਛਣਾ ਚਾਹੇ ਤੇ ਗੂਗਲ ਕਰ ਸਕਦਾ ਹੈ indiahome.org। ਜੀ, ਉੱਥੇ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਹੈ, ਜਾਂ ਉੱਥੇ ਫੋਨ ਨੰਬਰ ਵੀ ਹੈਗਾ, they can contact। Definitely they will get all the information। Membership is completely free, you can come and check कर सकते हो, पसंद आए then you come back again। जी, I hope viewers ने एक गल clearly सुनी होनी। indiahome.org ਇਹ ਇਹਨਾਂ ਦੀ ਵੈਬਸਾਈਟ ਹੈਗੀ ਹੈ, ਉਸਤੇ ਇਹਨਾਂ ਦਾ ਫੋਨ ਨੰਬਰ ਦਿੱਤਾ ਹੋਇਆ ਹੈ। ਇਹਨਾਂ ਦੇ ਆਲਰੇਡੀ 5 ਤੋਂ 6 ਸੈਂਟਰਸ ਹੈਗੇ। ਹੋਰ ਇੱਕ ਨਵਾਂ ਸੈਂਟਰ ਹੈ ਹਿਕਸਵਿਲ ਦੇ ਏਰੀਆ ਵਿੱਚ ਲੈ ਕੇ ਆ ਰਹੇ ਨੇ, ਜਿੱਥੇ ਲੋਕਲ ਕਮਿਊਨਿਟੀ ਦੇ ਨਾਲ ਕੋਲੈਬੋਰੇਟ ਕਰਦੇ ਪਏ। ਅਸੀਂ ਆਪਣੇ ਸਾਰੇ ਵਿਊਅਰਸ ਨੂੰ ਅਰਜ ਕਰਾਂਗੇ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹੈਗੇ ਜਾਂ ਕਿਧਰੇ ਵੀ ਤੁਸੀਂ ਜਾਣਦੇ ਹੋ ਜਿੱਥੇ ਬਜ਼ੁਰਗ ਰਹਿੰਦੇ ਨੇ, ਉਹਨਾਂ ਲਈ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਇਕੱਲੇ ਹੋਣਾ ਕਿੰਨਾ ਔਖਾ ਹੈ। ਉਹਨਾਂ ਨੂੰ ਅਗਰ ਐਸਾ ਆਪਣੇ ਏਜ ਗਰੁੱਪ ਦਾ ਐਸਾ ਇੱਕ ਪਰਿਵਾਰ ਮਿਲ ਜਾਏ ਜਿੱਥੇ ਉਹ ਹੱਸ ਖੇਡ ਕੇ ਸਮਾਂ ਬਤੀਤ ਕਰ ਸਕਣ, ਜਿੱਥੇ ਉਹ ਹੈਲਦੀ ਖਾਣਾ ਖਾ ਸਕਣ, ਜਿੱਥੇ ਇੱਕ ਦੂਸਰੇ ਦੇ ਸੁੱਖ ਦੁੱਖ ਉਹ ਵੰਡ ਸਕਣ, ਇਸ ਤੋਂ ਅੱਛਾ ਇਸ ਮੁਲਕ ਵਿੱਚ ਉਹਨਾਂ ਵਾਸਤੇ ਕੁਝ ਨਹੀਂ ਹੋ ਸਕਦਾ। ਮੈਂ ਡਾਕਟਰ ਨਵਦੀਪ ਗਰੇਵਾਲ ਦਾ, ਡਾਕਟਰ ਅਮਿਤ ਸੂਦ ਦਾ ਬਹੁਤ ਸ਼ੁਕਰੀਆ ਕਰਦਾ ਇਸ ਸਰਵਿਸਿਜ਼ ਦੇਣ ਲਈ, ਔਰ ਅੱਜ ਸਾਡੇ ਨਾਲ ਇੱਥੇ ਆ ਕੇ ਇਨ ਸਰਵਿਸਿਜ਼ ਬਾਰੇ ਇਨਫੋਰਮੇਸ਼ਨ ਸ਼ੇਅਰ ਕਰ। ਡਾਕਟਰ ਗਰੇਵਾਲ, ਡਾਕਟਰ ਸੂਦ, ਤੁਹਾਡਾ ਬਹੁਤ ਸ਼ੁਕਰੀਆ। Thank you, it's our pleasure। Thank you very much। AC ਸਾਡਾ ਅੱਜ ਦਾ ਸ਼ੋਅ, ਤੁਸੀਂ ਵੇਖਦੇ ਰਹੋ The Way Forward।